ਉਸ ਪਰਮਾਤਮਾ ਸ਼ਬਦ ਰੂਪ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ। ਕਰੋੜਾਂ ਵਾਰ ਗੁਰੂ ਨਾਨਕ ਨੇ ਆਪਣੇ ਗੁਰੂਦੇਵ ਅੱਗੇ ਅਰਦਾਸ ਕਰੀ ਕਿ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਿਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਡੇ ਦਿਲ ਦੇ ਵਿੱਚ ਆਮ ਖਿਆਲ ਉੱਠਦਾ ਹੈ ਕਿ ਵੀ ਭਗਤੀ ਕਰਨੀ ਕਿਹੜਾ ਮੁਸ਼ਕਿਲ ਹੈ। ਜਦੋਂ ਦਿਲ ਕੀਤਾ ਭਗਤੀ ਦੀ ਤਰਫ ਜਾ ਵੜੇ, ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਜਿਸ ਪਰਮਾਤਮਾ ਨੇ ਸੰਸਾਰ ਦੀ ਰਚਨਾ ਪੈਦਾ ਕੀਤੀ ਹੈ ਉਸ ਨੇ ਇਸ ਨੂੰ ਲਵਾਰਸ ਨਹੀਂ ਛੱਡ ਦਿੱਤਾਗਾ। ਉਹਨੇ ਬੜੇ ਨਿਯਮ ਬਣਾਏ ਆਪਣੇ, ਜਿਸ ਤਰ੍ਹਾਂ ਚੰਦਰਮਾ ਦਾ ਚੜ੍ਹਨਾ, ਸੂਰਜ ਦਾ, ਹਵਾ, ਪੌਣ ਵਗੈਰਾ ਜੋ ਵੀ ਚੱਲਦੀ ਹੈ ਉਹਦੀ ਤਬਦੀਲੀ ਕਰਨੀ, ਝੱਖੜ ਆਉਣੇ, ਵਕਤ ਦੇ ਉੱਤੇ ਮੌਤ ਪਦੈ, ਸਭ ਚੀਜ਼ ਹੈ। ਗੁਰੂ ਨਾਨਕ ਨੇ ਕਿਹਾ ਅਸੀਂ ਮਰਜ਼ੀ ਨਾਲ ਨਾ ਮਰ ਸਕਦੇ ਹਾਂ ਨਾ ਜੀ ਸਕਦੇ ਹਾਂ, ਇਹ ਵੀ ਉਹਨੇ ਪਹਿਲਾਂ ਤੋਂ ਹੀ ਮੁਕੱਰਰ ਕੀਤਾ ਹੈ। ਇਸੇ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਅਸੀਂ ਰੋਜ਼ ਹੀ ਦੇਖਦੇ ਹਾਂ, ਨਾਲ ਵਾਪਰਦੀਆਂ ਵੀ ਹਨ। ਲੇਕਿਨ ਸੰਤਾਂ ਦੇ ਜੋ ਤਜਰਬੇ ਵਿੱਚ ਆਇਆ ਹੈ ਉਹ ਇਹ ਹੈ ਕਿ ਅਗਰ ਉਸ ਪਰਮਾਤਮਾ ਦੀ ਅਤੀ ਕਿਰਪਾ ਹੁੰਦੀ ਹੈ ਤਦ ਹੀ ਅਸੀਂ ਭਗਤੀ ਦੀ ਤਰਫ ਵੀ ਆ ਸਕਦੇ ਹਾਂ। ਇਹ ਵੀ ਉਹਦਾ ਕਾਨੂੰਨ ਹੈ, ਉਹਨੇ ਹੱਥ ਵਿੱਚ ਰੱਖਿਆ ਹੈ ਕਿ ਜਿਹਨੂੰ ਚਾਹਵੇ ਉਹ ਭਗਤੀ ਤੋਂ ਦੂਰ ਕਰੇ, ਜਿਹਨੂੰ ਚਾਹਵੇ ਉਹ ਆਪਣੀ ਭਗਤੀ ਵਿੱਚ ਲਾਵੇ। ਆਪਾਂ ਆਮ ਤੌਰ ਦੇ ਉੱਤੇ ਕੀ ਕਰਦੇ ਹਾਂ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਛਾ ਹੀ ਮਹੂਰਤ ਦੇਖਦੇ ਹਾਂ, ਟਾਈਮ ਦੇਖਦੇ ਹਾਂ, ਫਿਰ ਜੋ ਕੁਛ ਵੀ ਆਪਣਾ ਅਕੀਦਾ ਹੁੰਦਾ ਹੈ ਉਹਦੇ ਮੁਤਾਬਕ ਆਪਾਂ ਸ਼ਗਨ ਵਗੈਰਾ ਵੀ ਕਰਦੇ ਹਾਂ, ਵਿਚਾਰ ਵੀ ਕਰਦੇ ਹਾਂ। ਲੇਕਿਨ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਸਭ ਤੋਂ ਅੱਛਾ ਉਪਯੋਗੀ ਜੋ ਸਮਾਂ ਹੈ, ਮਹੂਰਤ ਹੈ, ਉਹ ਹੈ ਕਿ ਜਦੋਂ ਸਾਡਾ ਉਹ ਮਾਲਕ ਦੇ ਪਿਆਰਿਆਂ ਨਾਲ ਮਿਲਾਪ ਹੋ ਜਾਂਦਾ ਹੈ। ਉਸ ਤੋਂ ਉਦੋਂ ਸਮਾਂ ਉਹ ਅੱਛਾ ਹੈ ਕਿ ਜਦ ਸਾਨੂੰ ਸ਼ਬਦ ਦੇ ਨਾਲ, ਨਾਮ ਦੇ ਨਾਲ ਜੋੜ ਦਿੰਦੇ ਹੈ। ਉਹ ਉਸ ਤੋਂ ਵੀ ਸਮਾਂ ਬਹੁਤ ਉੱਚਾ ਉਪਯੋਗੀ ਹੁੰਦਾ ਹੈ ਜਦ ਅਸੀਂ ਉਸ ਸਮੇਂ ਨੂੰ ਅੱਛੀ ਤਰ੍ਹਾਂ ਯੋਗ ਵਰਤੋਂ ਕਰਨ ਲੱਗਦੇ ਹਾਂ। ਯੋਗ ਵਰਤੋਂ ਕਿਹੜੀ ਹੈ ਕਿ ਜੋ ਸੰਤ ਸਤਿਗੁਰੂ ਸਾਨੂੰ ਸ਼ਬਦ ਨਾਮ ਦੀ ਕਮਾਈ ਦਾ ਉਪਦੇਸ਼ ਕਰਦੇ ਹੈ, ਉਸ ਦੀ ਕਮਾਈ ਕਰਨ ਲੱਗ ਜਾਂਦੇ ਹਾਂ। ਉਹਨਾਂ ਦੇ ਹੁਕਮ ਦੇ ਅੰਦਰ, ਉਹਨਾਂ ਦੀ ਵਗਲ ਦੇ ਅੰਦਰ ਅਸੀਂ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਕਿਉਂਕਿ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਕਥਨੀ ਦੇ ਸੂਰਮੇ ਸਾਨੂੰ ਜਗ੍ਹਾ ਜਗ੍ਹਾ ਮਿਲਣਗੇ, ਕਿਉਂਕਿ ਹਰ ਆਦਮੀ ਇਹੀ ਸੋਚਦਾ ਹੈ ਕਿ ਮੈਂ ਕਥਨੀ ਕਰਕੇ ਸ਼ਾਇਦ 2-4 ਆਦਮੀਆਂ ਨੂੰ ਵਿਰਾਗ ਪੈਦਾ ਕਰ ਦੂੰਗਾ ਜਾਂ ਆਪਣੇ ਅੰਦਰ ਸ਼ਾਇਦ ਕਥਨੀ ਕਰਕੇ ਵਿਰਾਗ ਪੈਦਾ ਕਰ ਦੂੰਗਾ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਜਦੋਂ ਲੋਕ ਰਾਗ ਕਰਦੇ ਹੈ, ਅੱਛੀ ਕਥਾ ਕਰਦੇ ਹੈ, ਉਹ ਖੁਦ ਵੀ ਲੋਕਾਂ ਨੂੰ ਰਜਾਉਣ ਵਾਸਤੇ ਰੋ ਪੈਂਦੇ ਹੈ, ਅਗਲਿਆਂ ਨੂੰ ਵੀ ਰਵਾ ਲੈਂਦੇ ਹੈ। ਦਿਲ 'ਚ ਖਿਆਲ ਆਉਂਦਾ ਹੈ ਕਿ ਸ਼ਾਇਦ ਇਹ ਬਹੁਤ ਵਿਰਾਗੀ ਹੈ, ਇਹ ਪਰਮਾਤਮਾ ਨੂੰ ਮਿਲੇ ਹੋਣਗੇ। ਲੇਕਿਨ ਸੰਤ ਮਤ ਦੇ ਅੰਦਰ ਕੋਈ ਐਸੇ ਵਿਰਾਗੀਆਂ ਨੂੰ ਕੋਈ ਜਗ੍ਹਾ ਨਹੀਂ, ਕੋਈ ਅਹਿਮੀਅਤ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਆ ਗੱਲੀ ਕਿਨੇ ਨਾ ਪਾਇਆ, ਨਾ ਭੀਜਾ ਰਾਗੀ ਨਾ ਦੀ ਬੇਦੀ। ਆਪ ਕਹਿਣ ਲਗੇ ਚਾਹੇ ਕੋਈ ਕਿਤਨੇ ਰਾਗ ਗਾ ਲੇ, ਜੋ ਮਰਜ਼ੀ ਹੈ ਉਹ ਉੱਚੀਆਂ ਸੁਰਾਂ ਕੱਢ ਲਵੇ, ਪਰਮਾਤਮਾ ਇਹਨਾਂ ਕਰਮਾਂ ਤੇ ਕਦੇ ਰੀਝਦਾ ਨੀਗਾ। ਸਾਨੂੰ ਪਤਾ ਆਪਾਂ ਖੇਤੀ ਕਰਨੀ ਹੈ, ਉਹ ਵੀ ਮਿਹਨਤ ਮੰਗਦੀ ਹੈ। ਕੋਈ ਆਪਾਂ ਵਪਾਰ ਕਰਨਾ ਹੈ, ਉਹ ਵੀ ਮਿਹਨਤ ਤੋਂ ਬਗੈਰ ਉਸ ਦੇ ਵੀ ਪਰਹੇਜ਼ ਹੈ। ਉਹਨਾਂ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ, ਤਾਂ ਹੀ ਅਸੀਂ ਵਪਾਰ ਦੇ ਅੰਦਰ ਕਾਮਯਾਬ ਹੁੰਦੇ ਹਾਂ, ਖੇਤੀ ਦੇ ਅੰਦਰ ਕਾਮਯਾਬ ਹੁੰਦੇ ਹਾਂ। ਹੋਰ ਵੀ ਕੋਈ ਦੁਨੀਆ ਦਾ ਕਾਰੋਬਾਰ ਕਰਨਾ ਹੈ, ਮੈਂ ਦੱਸਦਾ ਹੁੰਦਾ ਕਿ ਸੋਨਾ ਖਾਨ ਦੇ ਵਿੱਚੋਂ ਖੋਦਕੀ ਨਿਕਾਲਿਆ ਜਾਂਦਾ ਹੈ। ਮੋਤੀ ਨਿਕਾਲਣ ਵਾਸਤੇ ਗਹਿਰੇ ਸਮੁੰਦਰ ਦੇ ਅੰਦਰ ਡੁਬਕੀ ਲਾਉਣੀ ਪੈਂਦੀ ਹੈ। ਲੇਕਿਨ ਜਦ ਨਾਮ ਸ਼ਬਦ ਦੀ ਕਮਾਈ ਦਾ ਵਕਤ ਆਉਂਦਾ ਹੈ ਫਿਰ ਅਸੀਂ ਕੀ ਕਰਦੇ ਹਾਂ, ਜਾਂ ਤਾਂ ਕਹਾਂਗੇ ਅਜੇ ਸਤਿਗੁਰੂ ਦੀ ਦਇਆ ਨਹੀਂ, ਜਾਂ
ਅਜੇ ਸਾਡਾ ਟਾਈਮ ਨਹੀਂ ਆਇਆ। ਅੱਛਾ ਬਈ, ਮਾਲਕ ਕਿਰਪਾ ਕਰੇਗਾ। ਲੇਕਿਨ ਕਦੇ ਅਸੀਂ ਆਪਣੇ ਤੇ ਇਹ ਨਹੀਂ ਸਵਾਲ ਕੀਤਾ ਕਿ ਦੁਨੀਆ ਦਾ ਕੋਈ ਵੀ ਕਾਰੋਬਾਰ ਜਿਹੜਾ ਹੈਗਾ ਬਗੈਰ ਮਿਹਨਤ ਔਰ ਮਸ਼ੱਕਤ ਤੋਂ ਨਹੀਂ ਹੁੰਦਾਗਾ। ਕਿ ਅਸੀਂ ਪਰਮਾਤਮਾ ਦੀ ਭਗਤੀ ਹੀ ਸੁੱਤੇ ਪਏ ਕਰ ਸਕਦੇ ਹਾਂ ਜਾਂ ਗੱਲਾਂ ਨਾ ਕਰ ਸਕਦੇ ਹਾਂ? ਇਹ ਵੀ ਮਿਹਨਤ ਮੰਗਦੀ ਹੈ, ਇਹ ਵੀ ਮਸ਼ੱਕਤ ਮੰਗਦੀ ਹੈ, ਬਲਕਿ ਹੋਰਾਂ ਕਾਰੋਬਾਰ ਤੋਂ ਵੀ ਇਹ ਜ਼ਿਆਦਾ ਮਸ਼ੱਕਤ ਮੰਗਦੀ ਹੈ। ਕਿਉਂਕਿ ਦੁਨੀਆ ਦੇ ਕਾਰੋਬਾਰ ਤਾਂ ਸਾਡਾ ਮਨ ਲੱਗਿਆ ਹੀ ਹੋਇਆ ਹੈ, 24 ਘੰਟੇ ਉਸ ਪਾਸੇ ਦਾ ਝੁਕਾਓ ਹੀ ਹੈ। ਤਾਂ ਮਨ ਨੂੰ ਉਧਰੋਂ ਬਿਲਕੁਲ ਪਲਟਾ ਦੇਣਾ ਜਿਹੜਾ ਹੈ, ਇਹ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਮੈਂ ਆਪਣੀ ਹੱਡਬੀਤੀ ਗੱਲ ਦੱਸਦਾ ਹੁੰਦਾ ਹੈ ਕਿ ਤੋਪ ਦੇ ਅੱਗੇ ਤਾਂ ਖੜਨਾ ਆਸਾਨ ਹੁੰਦਾ ਹੈ, ਕਿਉਂਕਿ ਸਾਡੀ ਲੋਕ ਵਾਹ ਕਰਦੇ ਹੈ ਵੀ ਬੜਾ ਹੌਸਲੇ ਵਾਲਾ ਹੈ, ਬੜਾ ਇਹ ਦਲੇਰ ਹੈ। ਲੇਕਿਨ ਨਾਮ ਦੀ ਕਮਾਈ ਕਰਨ ਵਾਸਤੇ ਇਦੋਂ ਵੀ ਮੁਸ਼ਕਿਲ ਹੈ। ਮੈਂ ਦੱਸਦਾ ਹੁੰਦਾ ਕਿ ਕਿਸ ਤਰ੍ਹਾਂ ਮਨ ਜਦ ਅਸੀਂ ਅਭਿਆਸ ਤੇ ਬੈਠਦੇ ਹਾਂ ਸ਼ੇਰ ਬਣ ਕੇ ਖੜ ਜਾਂਦਾ ਹੈ ਕਿ ਵੀ ਮੈਂ ਤੈਨੂੰ ਨਹੀਂ ਬੈਠਣ ਦੇਣਾਗਾ। ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਹੈ ਉਹਨਾਂ ਦੀ ਜ਼ਿੰਦਗੀ ਦਾ ਹਾਲ ਤੁਸੀਂ ਪੁੱਛ ਕੇ ਦੇਖੋ। ਮੈਂ ਦੱਸਦਾ ਹੁੰਦਾ ਕਿ ਜਦ ਦੂਸਰੀ ਵਰਲਡ ਵਾਰ ਲੱਗੀ ਸੀ, ਮੇਰੀ ਇਤਨੀ ਜ਼ਿਆਦਾ ਉਮਰ ਨਹੀਂ ਸੀ। ਮੈਂ ਬੋਇਜ਼ ਕੰਪਨੀ ਦੇ ਅੰਦਰ ਮੈਨੂੰ ਭਰਤੀ ਕੀਤਾ ਗਿਆ ਸੀਗਾ, ਔਰ ਜਿਹੜੇ ਬੋਇਜ਼ ਕੰਪਨੀ 'ਚ ਹੁੰਦੇ ਆ ਉਹਨਾਂ ਦੀ ਲੜਾਈ ਦੇ ਅੰਦਰ ਕੋਈ ਟਰਨ ਨਹੀਂ ਹੁੰਦੀਗੀ। ਲੇਕਿਨ ਸ਼ੌਕ, ਪਿਆਰ, ਦੇਸ਼ ਸੇਵਾ ਦਾ ਦਿਲ ਦੇ ਅੰਦਰ ਬੜਾ ਜਜ਼ਬਾ ਸੀ। ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਮਹਾਰਾਜ ਸਾਵਣ ਤੋਂ ਸੁਣਿਆ ਸੀਗਾ ਬਈ ਦੇਸ਼ ਸੇਵਾ ਵੀ ਬੜੀ ਇੱਕ ਅੱਛੀ ਹੈ। ਅਗਰ ਦੇਸ਼ ਸੇਵਾ ਕਰਦਾ ਕੋਈ ਆਦਮੀ ਗੁਜ਼ਰ ਜਾਵੇ, ਮਰ ਜਾਵੇ, ਡੈਥ ਹੋ ਜਾਵੇ ਤਾਂ ਉਹ ਵੀ ਸਵਰਗਾਂ ਤੱਕ ਜਾਂਦਾ ਹੈ। ਤੋ ਐਸਾ ਉਦੋਂ ਜਜ਼ਬਾ ਸੀਗਾ, ਕਿਉਂਕਿ ਉਸ ਵੇਲੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸੀਗਾ। ਅਸੀਂ ਸਵਰਗਾਂ ਨੂੰ ਬੜਾ ਉੱਚਾ ਸਮਝਦੇ ਸੀਗੇ। ਸੋ ਮੈਂ ਆਪਣਾ ਖੁਸ਼ੀ ਨਾਮ ਦੇ ਦਿੱਤਾ। ਉਮਰ ਛੋਟੀ ਹੋਣ ਕਰਕੇ ਮੈਨੂੰ ਹਰ ਇੱਕ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਦਾ ਸੀ ਕਿ ਇਹ ਛੋਟੀ ਜਿਹੀ ਉਮਰ ਦਾ ਬਾਲਕਾ ਹੈ, ਇਹ ਕਿਸ ਤਰ੍ਹਾਂ ਦਾ ਦਲੇਰ ਹੈ, ਇਹਨੇ ਕਿਉਂ ਨਾਮ ਦਿੱਤਾ ਹੈ। ਲੇਕਿਨ ਜਿਹੜਾ ਉਦੋਂ ਮਨੋਬਲ ਸੀ ਲੋਕਾਂ ਦਾ, ਉਹਦੀ ਵੀ ਮੈਂ ਦਸ਼ਾ ਦੱਸਦਾ ਹੁੰਦਾ ਹੈ ਕਿ ਜਿਸ ਟਾਈਮ ਸਾਡਾ ਬਾਹਰ ਜਾ ਰਹੇ ਸੀਗੇ ਉਸ ਵੇਲੇ ਡਾਕਟਰੀ ਸਾਡੀ ਕੀਤੀ, ਕੱਪੜੇ ਲੋਹਾਏ। ਤੋਂ ਡਾਕਟਰ ਕਹਿਣ ਲੱਗਿਆ ਸਾਡੇ ਕਮਾਂਡਰ ਨੂੰ ਵੀ ਮੈਂ ਕਿਹਦਾ ਦੁੱਧ ਲਾਵਾਂ, ਤੁਸੀਂ ਸਿਫਾਰਿਸ਼ ਕਰੋ। ਤੋਂ ਅੱਖਾਂ ਦੇ ਵਿੱਚ ਪਾਣੀ ਭਰ ਕੇ ਕਹਿਣ ਲੱਗਿਆ ਕਿ ਸਾਰੇ ਬਲੀ ਦੇ ਬੱਕਰੇ ਹੈ, ਮੈਂ ਕਿਹਦਾ ਨਾਂ ਲਵਾਂ, ਤੂੰ ਸਾਰਿਆਂ ਨੂੰ ਲਾ ਦੇ। ਤੋਂ ਮੈਂ ਦੱਸਦਾ 28 ਸਾਲ ਦੀ ਲੋਕਾਂ ਨੇ ਕੈਦ ਮਨਜ਼ੂਰ ਕਰ ਲਈ ਸੀਗੀ, ਲੇਕਿਨ ਕੋਈ ਆਦਮੀ ਲੜਾਈ ਵਾਸਤੇ ਤਿਆਰ ਨਹੀਂ ਸੀ ਜਾਣ ਨੂੰ। ਕਿਉਂਕਿ ਉਦੋਂ ਹਿਟਲਰ ਦੀ ਬੜੀ ਚੜ੍ਹਤ ਸੀਗੀ। ਉਹ ਜਿੱਥੇ ਕਹਿੰਦਾ ਸੀ ਮੈਂ ਕੱਲ ਨੂੰ ਚਾਹ ਪੀ ਲੈਣੀ ਆ, ਉਹ ਉਸੇ ਥਾਂ ਹੀ ਪਹੁੰਚ ਜਾਂਦਾ ਸੀਗਾ। ਤੁਸੀਂ ਦੇਖ ਲਓ ਕਿ ਦੁਸ਼ਮਣ ਦੇ ਉੱਤੇ ਫਤਿਹ ਕਰਕੇ ਜਦ ਜਾਣਾ ਹੈ ਤਾਂ ਉਦੋਂ ਕਿਤਨੀ ਖੂਨ ਹੁੰਦੇ ਹੈ, ਕਿਤਨੀ ਕਤਲੋਗਾਰਤ ਹੁੰਦੀ ਹੈ। ਸੋ ਉਸ ਵੇਲੇ ਦੀ ਲੋਕਾਂ ਦੇ ਮਨੋਬਲ ਜਿਹੜੇ ਬੜੇ ਹੀ ਗਿਰੇ ਹੋਏ ਸੀਗੇ। ਮੇਰੇ ਯਾਦ ਹੈ ਨਾਭੇ ਦੀ ਜੇਲ੍ਹ ਦੇ ਅੰਦਰ ਅਸੀਂ ਕੈਦੀਆਂ ਦੇ ਵਿੱਚੋਂ ਲੈਣ ਵਾਸਤੇ ਗਏ ਵੀ ਜਿਨ੍ਹਾਂ ਨੇ ਆਰਮੀ ਵਿੱਚ ਜਾਣਾ ਹੈ ਤੁਸੀਂ ਆ ਜਾਓ। ਉਹਨਾਂ ਲੋਕਾਂ ਨੂੰ 20-20 ਸਾਲ ਦੀ ਸਜ਼ਾ ਸੀਗੀ। ਉਹਨਾਂ ਨੇ ਸਜ਼ਾ ਦੇ ਵਿੱਚ ਰਹਿਣਾ, ਜੇਲ੍ਹ 'ਚ ਰਹਿਣਾ ਮਨਜ਼ੂਰ ਕੀਤਾ, ਲੇਕਿਨ ਪਿਆਰਿਓ ਉਹਨਾਂ ਨੇ ਆਰਮੀ ਵਿੱਚ ਆਉਣਾ ਮਨਜ਼ੂਰ ਨਾ ਕੀਤਾ। ਇਹ ਹਾਲਤ ਸੀ। ਲੇਕਿਨ ਪਿਆਰ ਸੀ, ਹੌਸਲਾ ਸੀ, ਮਹਾਰਾਜ ਸਾਵਣ ਦਾ ਵਾਕ ਸੀ ਵੀ ਬੰਦਾ ਸਵਰਗ ਤੱਕ ਜਾ ਵੜਦਾ ਹੈ। ਤੋ ਦੇਸ਼ ਸੇਵਾ ਬੜੀ ਉੱਤਮ ਹੈ। ਤੋ ਮੈਂ ਦੱਸਦਾ ਹੁੰਦਾ ਕਿ ਉਧਰ ਜਾਣਾ ਮੈਨੂੰ ਆਸਾਨ ਸੀਗਾ। ਲੇਕਿਨ ਜਿਸ ਟਾਈਮ ਦੇ ਉੱਤੇ ਮਹਾਰਾਜ ਕਿਰਪਾਲ ਨੇ ਮੈਨੂੰ ਅੱਖਾਂ ਬੰਦ ਕਰਕੇ ਇਸੇ ਜਗ੍ਹਾ ਦੇ ਅੰਦਰ ਗੁਫਾ ਅੰਦਰ ਬਿਠਾਇਆ ਕਿ ਪਿਆਰੇ ਬੇਟਾ ਮੈਂ ਖੁਦ ਹੀ ਤੇਰੇ ਕੋਲੇ ਆਊਂਗਾ, ਉਸ ਵੇਲੇ ਪਤਾ ਹੈ ਕਿ ਕਿਸ ਤਰ੍ਹਾਂ ਜਿਹੜਾ ਮਨ ਹੈ ਅੱਗੇ ਸ਼ੇਰ ਦੀ ਤਰ੍ਹਾਂ ਆ ਕੇ ਖੜ ਜਾਂਦਾ ਹੈ। ਸੋ ਪਿਆਰਿਓ, ਮਹਾਰਾਜ ਸਾਵਣ ਸਿੰਘ ਵੀ ਕਹਿੰਦੇ ਹੁੰਦੇ ਸੀ ਕਿ ਮਨ ਤੋਪ ਅੱਗੇ ਖੜ ਜਾਂਦਾ ਹੈ, ਪਰ ਇਹ ਭਜਨ ਵਾਸਤੇ ਕਦੇ ਵੀ ਤਿਆਰ ਨਹੀਂ ਹੁੰਦਾਗਾ। ਸੋ ਅਸੀਂ ਮਿਹਨਤ ਦੇ ਚੋਰ ਜਿਹੜੇ ਹੁੰਦੇ ਆ, ਅਸੀਂ ਇਹ ਬਹਾਨੇਬਾਜ਼ੀ ਕਰਦੇ ਹਾਂ ਅਜੇ ਟਾਈਮ ਨਹੀਂ ਆਇਆ ਜਾਂ ਸਤਿਗੁਰੂ ਦੀ ਦਇਆ ਨਹੀਂ ਹੋਈ। ਪਿਆਰਿਓ, ਸਤਿਗੁਰੂ ਇਦੋਂ ਹੋਰ ਕੀ ਦਇਆ ਕਰੇਗਾ। ਉਹ ਆਪਣਾ ਦੇਸ਼ ਛੱਡਦਾ ਹੈ, ਆਪਣਾ ਪੇਸ਼ ਛੱਡਦਾ ਹੈ, ਆਤਮਾ ਨੂੰ ਲੈਣ ਵਾਸਤੇ ਕਿਸ ਤਰ੍ਹਾਂ ਟੱਟੀ ਪਿਸ਼ਾਬ ਦਾ ਚੋਲਾ ਪਹਿਨ ਕੇ ਸਦਾ ਸੰਸਾਰ ਵਿੱਚ ਆਉਂਦਾ ਹੈ। ਤੋ ਦਇਆ ਇਦੋਂ ਹੋਰ ਵੱਧ ਉਹ ਕੀ ਕਰ ਸਕਦਾ ਹੈ। ਸਾਨੂੰ ਮੁਫਤ ਦੇ ਵਿੱਚ ਉਹਨੇ ਆਪਣਾ ਸ਼ਬਦ ਦਾ ਭੇਦ ਦਿੱਤਾ, ਆਪਦੇ ਨਾਲ ਜੋੜਿਆ। ਫਿਰ ਉਹ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਇਕੱਲੇ ਜਾਓ, ਉਹ ਕਹਿੰਦਾ ਨਹੀਂ ਵੀ ਬੇਟਾ ਤੁਸੀਂ ਹੌਸਲਾ ਕਰੋ, ਤੁਸੀਂ ਸਿਮਰਨ ਕਰਕੇ ਮੇਰੇ ਪਾਸ ਤਾਂ ਪਹੁੰਚੋ।
क्योंकि स्कूल तक जाना तो बच्चे की आपदी ड्यूटी है, अगे टीचर पढ़ाएगा। साडा स्कूल केड़ा है कि ये दोनों अखां दे दरम्यान है। साडे मन और आत्मा की जो गठ है वो इस जगह बझी हुई है। सो इस वास्ते असी स्कूल दे अंदर तो जाते नहीं गए, बैठे ही शिकायत कर छड़ते हैं, अजे दया नहीं हुई, अजे टाइम नहीं होया। सो ये सिर्फ साडी आलस है, साडे मन दे बहाना है। सो संत महात्मा सानू प्यार नाल कहंदे है कि सारिਆਂ ਨੂੰ ਕਿਹੜਾ दिन उच्चा है, ਕਿਹੜਾ सुच्चा है, ਜਦੋਂ ਸਾਡਾ ਉਹ ਮਾਲਕ ਦੇ ਪਿਆਰਿਆਂ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਾਂ ਦਿਨ ਭੇਟੇ ਸਾਧ ਸੰਗ ਉਹਾਂ ਦਿਨ ਬਲਿਹਾਰੀ। मैं उस दिन तो बलिहार जाना है, कुर्बान जाना है, जिस दिन किसी मालिक दे प्यारे नाल मेरा मिलाप हो गया। सो थोड़े अगे गुरु रामदास जी महाराज का शब्द रखा जाता है, गौर नाल सुनने वाला है। आप कहते हैं साडे और मन की जो सीट है दोनों अखां दे दरम्यान है। इत्थों मन साडा की करता है कि सकेंट सकेंट दी वो बाहर की तरफ जाता है, दुनिया के अंदर जाता है। मन और आत्मा की जिहड़ी इत्थे गंढ बझी हुई है, जदों साडा मन ही इस जगह के उत्ते आके नहीं ठहरदागा तो असी किस तरह अंदर तरक्की कर सकते हैं। सो संत महात्मा सानू प्यार नाल दसदे है कि बाहर जांदे मन नू किस तरह असी मोड़ना है, किस तरह मन और आत्मा की गठ जिहड़ी बद्धी है उसनू असी खोलना है। सो क्योंकि साडे पहला आत्मा जिहड़ी है वो प्योर सी, पवित्र सी। मन भी पहला साडा जदों इहने कर्म नहीं कीते सीगे उस वेले की सीगा कि इहदे उत्ते कोई गंद नहीं चढ़िया होया सीगा। जिवें जिवें संसार दे विच आत्मा विचरदियां गईयां, मन विचरदा गया, इन्हां दे उत्ते कर्मां दा बोझा चढ़दा गया। हुण मन आपदे घर नूं भुल गया है, आत्मा आपदे घर नूं भुल गई है। संत महात्मा कोई नवा रस्ता लैके नहीं संसार विच आउंदे, कोई मजहब बनाउण वास्ते नहीं आउंदे गे। वो सिर्फ वो भुली हुई जिहड़ी जगह है साडी आत्मा दी या साडे मन दी, उस जगह पहुंचाउण वास्ते आउंदे है, उहदी याद कराउण वास्ते आउंदे है कि भी प्यारे बच्चों तुहाडा ये घर नहीं, ये तुहाडीआं कौमां निगियां। पता नहीं किन्नी दफा तुहाडे बच्चे इदू पहलां हर जामे विच तुहाडे बन चुके हैं। जदों पशु पंछी है उदों भी बच्चे हुंदे है, जदों असी इंसान दे जामा चाहे फिर भी है, उत्थे भी असी वो जूनी दे मुताबक असी भोग भोगते हैं। अच्छे खाने भी खाने हैं, माड़े खाने भी खाने हैं। वो भी कुत्ते हन जिहड़े अच्छे महलों दे विच रहिंदे हन, वो भी कुत्ते है जिन्हां नूं गलियां दे अंदर मैला खाण नूं भी नहीं मिलदागा। इसे तरह ऐसे भी इंसान है जिहड़े अच्छे अच्छे महलों दे विच रहिंदे है, ऐसे भी इंसान दी जूनी विच है जिहड़े बेचारे सड़कां दे उत्ते रुलदे फिरदे है, बगारियां दी तरह बेचारे। ना उन्हां दे कोले कोई कपड़ा है, ना उन्हां नूं कदे कोई नहाउण दा ही टाइम मिलदा है, रज के खाना खाण नूं नहीं मिलदागा। सो ऐशो इशरत जो है, दुख सुख है, वो असीं हर जामे च भोगदे आए हैं। इंसान दे जामे दा जे कोई फर्क है वो सिर्फ यही है कि जो काम असीं उन्हां जामिਆਂ 'ਚ कर नहीं सकते वो परमात्मा की भगती कर सकते हैं, तो इंसान के जामे 'ਚ कर सकते हैं। सो ਇਹਦੇ ਵਿੱਚ आ के सानू महात्मा दसदे है कि साडी जिहड़ी मन और आत्मा है ਇਹਦੀ गठ बझी हुई है। जब तक असीं इसकी गठ बझी नहीं खोल देगे, ਇਹਦੇ पंजे तो आजाद नहीं कर देगे, उतना चिकर कदे भी साडी आत्मा जिहड़ी है वो आपदे घर वापस जा ही नहीं सकदीगी। सो संत कहते किस तरह असी मन की बझी गठ जिहड़ी खोलनी है, फैले हुए ख्याल नूं सिमरन दे जरिए असी अखां दे पिछे लियाउणा है। जो मन साडा पले पले सकेंट सकेंट बाहर की तरफ जाता है, इस नूं असी जिथे संतां ने कहा है तिल घर नहीं वासा पाई है, किसी ने तीसरा तिल कहा है, किसी ने इस नूं घरदार कहा है, किसी ने मुक्ति का दरवाजा कहा है। अलग अलग भाषा दे विच महात्मा ने इन्हां दे कई नाम रखे हुए है। सो सानू किसी नाम दे नाल बहस मुआसे की लोड़ नहीं हुंदी कि उस महात्मा ने तेनू तीसरा तिल कहा है, उसने इसनू मोरी कहा है या घरदार कहा है और या नुकता सफेदा कहा है। सवाल तो यह है कि असी इस जगह के उत्ते लियाउणा है जिसनू महाराज सावण सिंह कहंदे हुंदे सी, एक लठ है, चाहे उहनूं तुसीं डंडा कह दिओ चाहे तुसीं लठ कह दिओ। सो यही है कि असी फैले ख्याल नूं अखां दे पिछे लियाउणा है
किस तरह लियाउणा है कि इस तीसरे तिल ते ख्याल नूं रख के वार वार महात्मा दे दिते हुए सिमरन नूं असीं याद करना है, उहदी वारी वारी असीं रिपीट करनी है। हुण सिमरन दे उत्ते तां किसी दा कोई जोर नहीं लगदा गा, कोई बोझा नहीं चकना पैंदा गा। असीं घरां दे अंदर काम करदे हैं, मन साडा कल्पना करदा ही रहिंदा है। ਇੱਥੇ बैठे हैं, ਇੱਥੇ भी हुण किसी ना किसी कल्पना विच लग्या होया है। जिस्म साडा जरूर ਇੱਥੇ बैठा है, लेकिन कल्पना असीं घरां बारां दी करदे हैं। अगर कोई दफ्तर च है तां ओहदा आपदा दफ्तर दे मिसलां अगे आउंदियां हन। जे कोई दुकानदारी दा काम करदा है तां उस दे अगे गाहक आई जांदे है, जिमीदार है तां ओहदे अगे खेती दे कारोबार आई जांदे है। सो इस वास्ते महात्मा सानूं प्यार नाल कहिंदे है कि जिहड़ी असीं दिन रात कल्पना इधर करते हैं दुनिया के कारोबार की, तो क्यों ना यही कल्पना जिहड़ी है असीं सिमरन दे विच सिमरन दी करन लग जाइए। क्योंकि जो सिमरन साडे अंदर जिहड़ा है पहला सानूं जबान नाल सिमरन करना पैंदा है। शुरू दे विच जिस तरह बच्चा स्कूले जांदा है, ABC पहले जबान नाल कहंदा है, जदों ओहदी पक जांदी है फिर उसनूं कोई जबान दे नाल बोलण दी जरूरत नहीं पैंदीगी। शुरू दे विच जद असीं आर्मी दे विच गए सीगे, उस वेले वो साडे कदम याद कराउण दी खातर वो बुलाउंदे है लिफ्ट राइट, और उस तो बाद जद पक जांदा है कौन बोलदा है, सिर्फ तुरे ही जांदे है। इसे तरह ही है कि शुरू दे विच जदों सिमरन साडी जबान ते चढ़िया नहीं हुंदा गा, तो सानूं वो गिणती दी तरह गिणना पैंदा है। जो साडी वो जबान ते चढ़ जाता है फिर सानू जबान हिलाउण की जरूरत नहीं पैंदी, याद करन की जरूरत नहीं पैंदी, क्योंकि वो कल्पना की तरह साडे अंदर 24 घंटे अपने आप ही चलता रहिंदा है। जदों मन की जबान ते चढ़ जाता है तो फिर यही है साडी आत्मा की जबान ते चढ़ जाता है। फिर बेशक साडी समाधि की अवस्था जाइए, फिर भी वो अपने आप ही बिजली की तार की तरह हलदा रहिंदा है। सो इस ते तां किसी का मुल नहीं लगदा गा। तुसीं थोड़ी बहुती हिम्मत करके अगर असीं चलदे फिरदे उठदे बहिंदे दिन रात सिमरन कर लईए, तो पहला असीं मन की जबान नाल लग जाइए, फिर आत्मा की जबान नाल अपने आप ही होण लग जाता है। जदों साडा सिमरन इस तरह का बन जाता है तो जदों भी असीं बैठांगे, क्योंकि फिर लत्तां अकड़ाउण की लोड़ नहीं पैंदी, जदों भी बैठांगे फौरन ख्याल साडा इत्थे तीसरे तिल ते आ जाएगा और शब्द की आवाज अपने आप ही इस जगह ते आ जाएगी। उन्होंने ढूंढण की सानू लोड़ नहीं पैंदी, क्योंकि जो साडा ख्याल इस जगह के उत्ते आ गया जिथे शब्द 24 घंटे आ रहा है। मसला तो यह है कि असी हुण शब्द हुण भी उत्थे आ रहा है, लेकिन असी वो जगह ते एकागर नहीं हुंदे गे। महात्मा साडे अंदर दो शक्तियां दसदे है। एक निरत है, निरत वो शक्ति नूं कहंदे है कि जिहड़ी देखण वाली है। सुरत वो शक्ति नूं कहंदे है जिहड़ी सुणन वाली है। जिसनूं गुरु साहिब ने कहा कि अंतर जोत निरंतर बाणी, सच्चे साहिब से उलबलाई। तो साडी जिहड़ी निरत है, जदों असीं फैले ख्याल नूं अखां पिछे लियाउने हैं, वो उस जोत दे दर्शन करना शुरू करती है। जिहड़ी साडी निरत है वो जोत दे दर्शन करना शुरू करती है। जिहड़ी सुरत है उस आवाज नूं पकड़दी है। इसे नूं संतां ने कहा सीगा कि जदों असीं 10वें द्वार च सारे पर्दे ला के पहुंच जाने हैं, उत्थे शब्द का नूर देखते हैं, और इस नूं संतां ने कहा दिवाली करना, जिसनूं स्वामी जी ने कहा सी कि संत दिवाली नित करे सत लोक के माहे। वो रोज ही दिवाली करते हैं। जद ख्याल अंदर ले गए तो उत्थे दिवाली है, उत्थे नूर है, प्रकाश है। बाहर दी जिहड़ी दिवाली है, ऋषियां मुनियां ने साडे अंदर शौक पैदा करन वास्ते दीवे जगा के दस्या, लाइट करके दस्या कि किस तरह थोड़े अंदर जो तुसी पहले ही
ਮੰਜ਼ਿਲ ਤੇ ਜਾਓਗੇ, ਕਿਸ ਤਰ੍ਹਾਂ ਹਜ਼ਾਰਾਂ ਪੱਤੀਆਂ ਦਾ ਤੁਹਾਡੇ ਅੰਦਰ ਪੰਖੜੀਆਂ ਦਾ ਜਗਮਗਾ ਰਿਹਾ ਹੈ ਕਮਲ। ਤੋ ਰਮਾਇਣ ਦੇ ਅੰਦਰ ਵੀ ਆਤਮਾ ਨੂੰ ਸੀਤਾ ਕਰਕੇ ਬਿਆਨ ਕੀਤਾ ਹੈ, ਮਨ ਨੂੰ ਰਾਵਣ ਕਰਕੇ ਬਿਆਨ ਕੀਤਾ ਹੈ, ਔਰ ਰਾਮ ਨੂੰ ਸਤਿਗੁਰੂ ਪਰਮਾਤਮਾ ਕਰਕੇ ਬਿਆਨ ਕੀਤਾ ਹੈ। ਜਿਸ ਤਰ੍ਹਾਂ ਸੀਤਾ ਆਤਮਾ ਦੀ ਖਾਤਰ ਪਰਮਾਤਮਾ ਰਾਮ ਨੇ ਕਿੰਨਾ ਸੰਘਰਸ਼ ਕੀਤਾ ਹੋਏ, ਉਸ ਨੂੰ ਕਿਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਮਨ ਰਾਮ ਦੀ ਵਿੱਚੋਂ ਉਹਨਾਂ ਨੇ ਸੁਤੰਤਰ ਕਰਾਇਆ, ਕਿੰਨੇ ਕਸ਼ਟ ਝੱਲੇ। ਇਸੇ ਤਰ੍ਹਾਂ ਪਰਮਾਤਮਾ ਗੁਰੂ ਵੀ ਆ ਕੇ ਸਾਡੀ ਆਤਮਾ ਸੀਤਾ ਨੂੰ ਆਜ਼ਾਦ ਕਰਨ ਵਾਸਤੇ ਕਿੰਨੇ ਕਸ਼ਟ ਝੱਲਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਵਾਲਮੀਕ ਨੇ 10,000 ਸਾਲ ਪਹਿਲਾਂ ਰਮਾਇਣ ਨੂੰ ਲਿਖਿਆ। ਉਹ ਕਹਿੰਦੇ ਹੁੰਦੇ ਜੇ ਇਹਦੋਂ ਹੋਰ ਵੀ ਪਹਿਲਾਂ ਹੁੰਦੇ ਤਾਂ ਇਹਦੋਂ ਪਹਿਲਾਂ ਵੀ ਲਿਖ ਦਿੰਦੇ। ਤੋ ਰਾਮ ਲక్ష్మణ ਸੀਤਾ ਉਹ ਤਾਂ ਸਾਰੇ ਮਗਰੋਂ ਹੋਏ ਆ। ਮਹਾਰਾਜ ਜੀ ਕਹਿੰਦੇ ਹੁੰਦੇ ਕਿ ਅੰਦਰ ਚੱਲ ਕੇ ਦੇਖੋ, ਤੁਸੀਂ ਸਾਰਾ ਰਮਾਇਣ ਦਾ ਖੇਲ ਹੋ ਰਿਹਾ ਹੈ। ਤੋ ਕਾਲ ਨੇ ਸੋਚਿਆ ਵੀ ਇਹ ਤਾਂ ਮੇਰੀ ਨਗਰੀ ਜਿਹੜੀ ਹੈ, ਜਿਹੜੇ ਇਸ ਰਮਾਇਣ ਤੇ ਅਮਲ ਕਰਨਗੇ, ਇਹਨੂੰ ਪੜ੍ਹਨਗੇ, ਫੌਰਨ ਅੰਦਰ ਚਲੇ ਜਾਣਗੇ। ਉਹਨਾਂ ਨੇ ਫੌਰਨ ਬਾਹਰ ਸਭ ਕੁਛ ਖੁਦ ਹੀ ਕਾਲ ਨੇ ਉਹੋ ਹੀ ਜਿਹੜੇ ਉਹਦੇ ਵਿੱਚ ਵਰਣਨ ਕੀਤੇ ਸੀ ਉਹੀ ਨਾ ਧਰ ਕੇ ਆ ਕੇ ਖੇਲ ਬਾਹਰ ਦਿਖਾਤਾ। ਹੁਣ ਜੇ ਸਾਨੂੰ ਸਮਝਾਵੇ ਵੀ ਤਾਂ ਅਸੀਂ ਕਦੇ ਮੰਨਣ ਵਾਸਤੇ ਤਿਆਰ ਨਹੀਂ ਗੇ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਕਹਿੰਦੇ ਆ ਕਿ ਜੋ ਤੁਸੀਂ ਫੈਲੇ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆ ਕੇ ਸਥੂਲ ਸੂਖਸ਼ਮ ਕਾਰਨ ਤਿੰਨੇ ਪਰਦੇ ਲਾ ਕੇ ਤਿਰਕੁਟੀ ਦੇ ਵਿੱਚ ਪਹੁੰਚ ਜਾਓਗੇ। ਗੁਰੂ ਨਾਨਕ ਸਾਹਿਬ ਕਹਿੰਦੇ ਆ ਗੁਰ ਪ੍ਰਸ਼ਾਦੀ ਤਿਰਕੁਟੀ ਛੁਟੈ, ਚੌਥੇ ਪਦ ਲਿਵਲਾਈ। ਕਿਹਨਾਂ ਦੀ ਕਿਰਪਾ ਦੇ ਨਾਲ ਉੱਥੇ ਅਸੀਂ ਪਹੁੰਚਦੇ ਹਾਂ। ਉਹ ਤਿਰਕੁਟੀ ਤੋਂ ਬਰਮ ਤੋਂ ਕਦੋਂ ਛੁਟਕਾਰਾ ਪਾਉਂਦੇ ਆ, ਕਦੋਂ ਸਾਡੀ ਚੌਥੇ ਪਦ ਦੇ ਵਿੱਚ ਲਿਵ ਲੱਗਦੀ ਹੈ, ਜਦ ਸੰਤ ਸਤਿਗੁਰੂ ਸਾਡੇ ਤੇ ਕਿਰਪਾ ਕਰਦੇ ਆ, ਆਪਣਾ ਨਾਮ ਦਿੰਦੇ ਆ, ਨਾਮ ਨਾਲ ਜੋੜਦੇ ਹੈ। ਔਰ ਜਦ ਅਸੀਂ ਸ਼ਬਦ ਨਾਮ ਦੀ ਕਮਾਈ ਕਰਦੇ ਆ, ਇਸ ਜਗ੍ਹਾ ਪਹੁੰਚ ਜਾਂਦੇ ਆ। ਤਿਰਕੁਟੀ ਤੋਂ ਛੁੱਟ ਜਾਂਦੀ ਹੈ। ਕਿਆ ਬਰਮ ਤੋਂ ਅਸੀਂ ਸਾਡੇ ਜਿਹੜਾ ਮਨ ਹੈ ਉਹ ਤਿਰਕੁਟੀ ਵਿੱਚ ਰਹਿ ਜਾਂਦਾ ਹੈ। ਆਤਮਾ ਇਹਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ। ਰੂਹ ਔਰ ਮਨ ਦੀ ਜਿਹੜੀ ਗੱਠ ਵੱਜੀ ਹੈ ਇਹ ਖੁੱਲ ਜਾਂਦੀ ਹੈ। ਸੋ ਇਸ ਵਾਸਤੇ ਗੁਰੂ ਸਾਹਿਬ ਪਿਆਰ ਦੇ ਨਾਲ ਕਹਿੰਦੇ ਹੈ ਕਿ ਮਨ ਖਿਨ ਖਿਨ ਪਰਮ ਪਰਮ ਬਹੁਤਾਵੈ ਤਿਲ ਘਰ ਨਹੀਂ ਵਾਸਾ ਪਾਈਐ ਜੀ। ਬਸੰਤ ਹਿੰਡੋਲ ਮਾਲਾ ਚੌਥਾ ਪੰਨਾ 1179। ਮਨ ਖਿਨ ਖਿਨ ਪਰਮ ਪਰਮ ਬਹੁਤਾਵੈ ਤਿਲ ਕਰ ਨਹੀਂ ਵਾਸਾ ਪਾਈਐ। ਮਨ ਖਿਨ ਖਿਨ ਪਰਮ ਪਰਮ ਬਹੁਤਾਵੈ ਤਿਲ ਕਰ ਨਹੀਂ ਵਾਸਾ ਪਾਈਐ। ਗੋਰੇ ਅੰਕਸ਼ ਸ਼ਬਦ ਦਾਰੂ ਸਿਰ ਤਾਰਿਓ ਕਰ ਮੰਦਰ ਆਣ ਵਸਾਈਐ। ਹੁਣ ਗੁਰੂ ਸਾਹਿਬ ਬੜੀ ਅੱਛੀ ਮਿਸਾਲ ਪਿਆਰ ਦੇ ਨਾਲ ਦੇ ਕੇ ਸਮਝਾਉਂਦੇ ਹੈ ਕਿ ਹਾਥੀ ਬੜੀ ਇੱਕ ਤਾਕਤ ਦਾ ਜਾਨਵਰ ਹੁੰਦਾ ਹੈ। ਬਾਜ਼ਾਰਾਂ ਦੇ ਅੰਦਰ ਦੁਨੀਆ ਨੂੰ ਵੈਸੇ ਹੀ ਖੁੱਲਾ ਹੋਵੇ ਤੇ ਰੋਲਦਾ ਚਲਾ ਜਾਂਦਾ ਹੈ। ਜਦੋਂ ਮਸਤੀ ਦੇ ਵਿੱਚ ਆਉਂਦਾ ਹੈ ਬੜਾ ਨੁਕਸਾਨ ਕਰਦਾ ਹੈ। ਲੇਕਿਨ ਮਹਾਵਤ ਲੋਕਾਂ ਕੋਲ ਬੜੀ ਇੱਕ ਜੁਗਤੀ ਹੁੰਦੀ ਹੈ। ਲੋਹੇ ਦੇ ਅੱਗੇ ਲੋਹੇ ਦੇ ਡੰਡੇ ਦੇ ਅੱਗੇ ਤਿੱਖੀ ਆਰ ਲਾਈ ਹੁੰਦੀ ਹੈ। ਹਾਥੀ ਨੂੰ ਚਾਹੇ ਕੋਈ ਸਕੂਲ ਵਿੱਚ ਲੈ ਜਾਵੇ, ਉਹ ਬੱਚਿਆਂ ਅੱਗੇ ਅੱਖ ਵੀ ਨਹੀਂ ਚੁੱਕ
ਦੇਖ ਸਕਦਾ ਗਾ। ਬਾਜ਼ਾਰਾਂ ਵਿੱਚ ਲਈ ਫਿਰਦੇ ਆ ਲੋਕ, ਉੱਤੇ ਚੜੇ ਫਿਰਦੇ ਹੈ। ਉਹ ਐਡੇ ਤਾਕਤ ਦੇ ਜਾਨਵਰ ਨੂੰ ਕਿਸ ਤਰ੍ਹਾਂ ਵੀ ਉਹ ਬਸ ਕਰਦੇ ਹੈ? ਉਹ ਅੰਕਸ ਦੇ ਜ਼ਰੀਏ, ਆਰ ਦੇ ਜ਼ਰੀਏ। ਇਸੇ ਤਰ੍ਹਾਂ ਦੁਨੀਆ ਨੇ ਮਨ ਨੂੰ ਵਸ ਕਰਨ ਦੇ ਬੜੇ ਬੜੇ ਉਪਾਅ ਕੀਤੇ ਹੈ। ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਕੁਛ ਕਰਿਆ ਹੈ, ਲੇਕਿਨ ਇਹ ਜਿਤਨੇ ਵੀ ਕਰਮ ਕਾਂਡ ਹੈ ਇਹਨਾਂ ਦੇ ਵਿੱਚ ਸਾਡਾ ਮਨ ਜਿਹੜਾ ਹੈ ਵਸ ਨਹੀਂ ਆਉਂਦਾ ਗਾ, ਬਲਕਿ ਇਹਦੇ ਅੰਦਰ ਹੋਰ ਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੈਂ ਇਤਨਾ ਜਲ ਧਾਰਾ ਕਰ ਲਿਆ, ਇਤਨੀਆਂ ਧੂਣੀਆਂ ਤਪਾ ਲੀਆਂ, ਇਤਨੇ ਮੈਂ ਤੀਰਥ ਕਰ ਲਏ ਹੈ, ਮੈਂ ਨੰਗੇ ਪੈਰੀ ਤੀਰਥ ਕਰ ਲਏ ਹੈ। ਇਹ ਜਿਹੀਆਂ ਚੀਜ਼ਾਂ ਵਜਾਏ ਮਨ ਨੀਵਾਂ ਹੋਣ ਦੇ, ਇਹ ਮਨ ਹੋਰ ਉੱਚਾ ਹੋ ਜਾਂਦਾ ਹੈ। ਤੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਜੇ ਮਨ ਨੂੰ ਵਸ ਕਰਨਾ ਹੈ ਤੇ ਤੁਸੀਂ ਸਿਮਰਨ ਦੇ ਜ਼ਰੀਏ, ਜਿੱਥੇ ਸ਼ੁਰੂ 'ਚ ਹੀ ਦੱਸਿਆ ਹੈ ਕਿ ਅਸੀਂ ਆਪਦੇ ਮਨ ਨੂੰ ਕਿੱਥੇ ਲੈ ਜਾਣਾ ਹੈ, ਤ੍ਰਿਕੁਟੀ ਦੇ ਵਿੱਚ, ਔਰ ਉੱਥੇ ਜਿਹੜਾ ਸ਼ਬਦ ਹੈ ਗੁਰੂ ਦਾ, ਉਹ ਅੰਕਸ ਦਾ, ਆਰ ਦਾ ਕੰਮ ਕਰਦਾ ਹੈ। ਮਨ ਜਿਹੜਾ ਹੈ ਹੁਣ ਹਿਰਨ ਦੀ ਤਰ੍ਹਾਂ ਵਿਸ਼ੇ ਵਿਕਾਰਾਂ ਦੀ ਤਰਫ, ਦੁਨੀਆ ਦੇ ਸਵਾਦਾਂ ਦੀ ਤਰਫ ਮਸਤ ਹੋਇਆ ਫਿਰਦਾ ਹੈ। ਥੋੜੇ ਕੀਤਿਆਂ ਅਭਿਆਸ ਤੇ ਬੈਠਣ ਨਹੀਂ ਦਿੰਦਾ ਗਾ। ਇਹੀ ਮਨ ਸਾਡੀ ਮਦਦ ਕਰਦਾ ਹੈ। ਜੋ ਮਨ ਹੁਣ ਦੁਸ਼ਮਣੀ ਕਰਦਾ ਹੈ, ਇਹ ਸਾਡੀ ਸਹਾਇਤਾ ਕਰਦਾ ਹੈ, ਇਹ ਸਾਡੇ ਨਾਲ ਸਾਡਾ ਮਿੱਤਰ ਬਣ ਜਾਂਦਾ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ, ਗੁਰ ਕਾ ਸ਼ਬਦ ਅੰਕਸ, ਉਹ ਅੰਕਸ ਦਾ ਕੰਮ ਕਰਦਾ ਹੈ। ਕਿਉਂਕਿ ਗੁਰੂ ਦੇ ਸ਼ਬਦ ਦੀ ਤਾਕਤ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਅਸੀਂ ਉਸ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕਰ ਦਿੰਦੇ ਹਾਂ। ਪਹਿਲਾਂ ਤਾਂ ਅਸੀਂ ਸੋਚਦੇ ਹਾਂ ਕਿ ਨਹੀਂ ਸ਼ਬਦ ਪੜ੍ਹਨ ਵਾਲਾ ਹੈ ਜਾਂ ਗਾਉਣ ਵਜਾਉਣ ਵਾਲਾ ਹੀ ਹੈ, ਜਾਂ ਸਾਨੂੰ ਥੋੜੇ ਬਹੁਤੇ ਇਹ ਮਾਮੂਲੀ ਨਾਮ ਹੀ ਦੱਸੇ ਹੋਏ ਹੈ, ਲੇਕਿਨ ਨਹੀਂ, ਇਹਨਾਂ ਦੇ ਪਿੱਛੇ ਜੋ ਰਹਿਸ਼ ਛਿਪਿਆ ਹੈ। ਕਿਉਂਕਿ ਪੰਜੇ ਪਵਿੱਤਰ ਨਾਮ ਜਿਹੜੇ ਹੈ ਇਹ ਉਹਨਾਂ ਪੰਜ ਵਿਸ਼ਾਲ ਧਨੀਆਂ ਦੇ ਨਾਮ ਹੈ, ਜਿਨ੍ਹਾਂ ਨੂੰ ਸਾਡੀ ਆਤਮਾ ਨੇ ਕ੍ਰਾਸ ਕਰਨਾ ਹੁੰਦਾ ਹੈ। ਕਿਉਂਕਿ ਜਿਸ ਮੁਲਕ ਵਿੱਚ ਦੀ ਇੱਥੋਂ ਆਪਾਂ ਅਮਰੀਕਾ ਜਾਣਾ ਹੈ, ਤਾਂ ਰਸਤੇ ਦੇ ਵਿੱਚ ਸਾਨੂੰ ਪਤਾ ਹੈ ਕਿ ਕਿਸ ਰਸਤੇ ਕੀ ਅਸੀਂ ਰੋਮ ਵਿੱਚ ਦੀ ਜਾਣਾ ਹੈ, ਕਿ ਅੱਗੇ ਮਲੈਨ ਵੀ ਉਤਰਨਾ ਹੈ, ਜਾਂ ਉਸ ਤੋਂ ਅਸੀਂ ਨਿਊਯਾਰਕ ਜਾਣਾ ਹੈ, ਜਾਂ ਬੋਸਟਨ ਜਾਣਾ ਹੈ, ਜਾਂ ਕਿਸ ਇਲਾਕੇ ਦੇ ਵਿੱਚ ਜਾਣਾ ਹੈ। ਕਿਹੜੇ ਕਿਹੜੇ ਰਸਤੇ ਸਾਨੂੰ ਪੜਾਅ ਕਰਨੇ ਪੈਂਦੇ ਹੈ। ਅਗਰ ਜੇ ਅਸੀਂ ਉੱਥੇ ਉਸ ਰਸਤੇ ਤੇ ਪਹਿਲਾਂ ਕਿਤੇ ਲੰਘੇ ਹੁੰਦੇ ਹੈ ਤਾਂ ਸਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀਗੀ। ਇਸੇ ਤਰ੍ਹਾਂ ਸੰਤਾਂ ਮਹਾਤਮਾ ਨੇ ਜਿਸ ਤਰ੍ਹਾਂ ਪੱਕੇ ਮਿਲਸਟੋਨ ਹੁੰਦੇ ਹੈ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਹੈ, ਅਸੀਂ ਆਪਣੀ ਕਾਰ ਦੜਾਈ ਜਾਂਦੇ ਹਾਂ। ਜਿਹੜੇ ਪ੍ਰੇਮੀ ਅੰਦਰ ਜਾਂਦੇ ਆ ਉਹਨਾਂ ਨੂੰ ਪਤਾ ਹੈ। ਸੋ ਬਹੁਤ ਸਾਰੇ ਪ੍ਰੇਮੀ ਪੜ੍ਹੇ ਲਿਖੇ ਆਉਂਦੇ ਹੈ, ਬਾਹਰ ਪੱਛਮ ਵਿੱਚ ਦੇਖੀਦਾ, ਇੱਥੇ ਵੀ ਦੇਖੀਦਾ ਹੈ। ਜਦ ਉਹਨਾਂ ਨੂੰ ਨਾਮ ਦੀ ਤਰਫ ਉਸ ਵਕਤ ਜਿਹੜਾ ਕਿ ਬੜਾ ਇੱਕ ਪਵਿੱਤਰ ਟਾਈਮ ਹੁੰਦਾ ਹੈ, ਉਹ ਉਸ ਟਾਈਮ ਦੀ ਕਦਰ ਨਾ ਕਰਦੇ ਹੋਏ ਇਹਨਾਂ ਅਕਸ਼ਰਾਂ ਦੇ ਅਰਥ ਨੂੰ ਪੁੱਛਦੇ ਹੈ ਕਿ ਮਹਾਰਾਜ ਜੀ ਦਾ ਅਰਥ ਕੀ ਹੈ। ਤੋ ਹੱਸ ਕੇ ਕਹਿ ਦੀਦਾ ਵੀ ਜੋ ਤੂੰ ਅੰਦਰ ਜਾਏਗਾ ਤੈਨੂੰ ਆਪਣੇ ਆਪ ਹੀ ਅਰਥ ਦਾ ਪਤਾ ਲੱਗੇਗਾ। ਜੇ ਆਪਾਂ ਹੁਣ ਆਪਣੇ ਅੱਗੇ ਖਾਣਾ ਬਣਾ ਕੇ ਕਿਸੇ ਨੇ ਰੱਖਿਆ ਹੈ, ਆਪਾਂ ਉਸ ਨੂੰ ਇਹ ਪੁੱਛੀਏ ਵੀ ਇਹ ਖਾਣੇ ਦਾ ਮਤਲਬ ਕੀ ਹੈ, ਤਾਂ ਸਿਆਣਾ ਆਦਮੀ ਸਾਨੂੰ ਇਹ ਕਹੇਗਾ ਵੀ ਤੂੰ ਖਾਣਾ ਖਾ ਕੇ ਦੇਖ ਲੈ, ਤੈਨੂੰ ਆਪੇ ਪਤਾ ਲੱਗ ਜਾਏਗਾ। ਕਿਉਂਕਿ ਬਗੈਰ ਅੰਨ ਤੋਂ ਤੁਰਿਆ ਨਹੀਂ ਜਾਂਦਾਗਾ, ਤੇ ਜੋ ਖਾਵਾਂਗੇ ਤਾਕਤ ਆਏਗੀ। ਤੋ ਸ਼ਬਦ ਦੇ ਅੰਦਰ ਵੀ ਜੋ ਸਾਡੀ ਆਤਮਾ ਜਨਮਾਂ ਜਨਮਾਂਤਰਾਂ ਦੀ ਕਮਜ਼ੋਰ ਹੈ, ਤੋ ਸ਼ਬਦ ਦੇ ਅੰਦਰ ਵੀ ਤਾਕਤ ਹੈ। ਜਦ ਅਸੀਂ ਅੰਦਰ ਜਾਵਾਂਗੇ ਆਪਣੇ ਆਪ ਹੀ ਕਿਤਾਬ ਦੀ ਤਰ੍ਹਾਂ ਮਾਰਗ ਖੁੱਲ ਜਾਏਗਾ। ਉੱਥੇ ਇਹਨਾਂ ਦੇ ਅਰਥਾਂ ਦੀ ਜ਼ਰੂਰਤ ਹੀ ਨਹੀਂ ਪੈਂਦੀਗੀ। ਸੋ ਇਸ ਵਾਸਤੇ ਆਪ ਕਹਿੰਦੇ ਹੈ ਕਿ ਜਦ ਅਸੀਂ ਉਸ ਜਗ੍ਹਾ ਤੇ ਪਹੁੰਚ ਜਾਂਦੇ ਹਾਂ, ਫਿਰ ਪਤਾ ਲੱਗਦਾ ਹੈ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਅੰਕਸ ਹੈ। ਕਿਉਂਕਿ ਜਿਹੜਾ ਮਨ ਹਾਥੀ ਹੈ, ਇਹਦੀ ਫੌਜ ਜਿਹੜੀ ਹੈ, ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅੱਖ ਨਹੀਂ ਚੁੱਕਦੇ ਗਏ, ਕਿਉਂਕਿ ਉਹ ਅੰਕਸ ਤੋਂ ਡਰਦੇ ਹੈ।
ਅੰਕਸ ਦੇ ਨਾਲ ਇਹਨਾਂ ਨੂੰ ਵਸ ਕੀਤਾ ਹੋਇਆ ਹੈ। ਜਿਸ ਤਰ੍ਹਾਂ ਹਾਥੀ ਬਾਜ਼ਾਰਾਂ ਦੇ ਅੰਦਰ ਬੱਚਿਆਂ ਦੇ ਸਕੂਲ 'ਚ ਲੈ ਜਾਓ, ਅੱਖ ਨਹੀਂ ਪੁੱਟ ਕੇ ਦੇਖਦਾਗਾ, ਇਸੇ ਤਰ੍ਹਾਂ ਤੁਸੀਂ ਮਨ ਦੇ ਅੱਗੇ ਜੋ ਮਰਜ਼ੀ ਹੈ ਅੱਛੇ ਅੱਛੇ ਖਾਣੇ ਰੱਖ ਦਿਓ, ਹੋਰ ਅੱਛੀਆਂ ਅੱਛੀਆਂ ਤੁਸੀਂ ਚੀਜ਼ਾਂ ਐਸ਼ੋ ਇਸ਼ਰ ਦੀਆਂ ਰੱਖ ਦਿਓ, ਕਿਉਂਕਿ ਅੰਦਰਲੇ ਮੁਕਾਬਲੇ ਤੇ ਨਾ ਤਾਂ ਕੋਈ ਦੁਨੀਆ ਦੇ ਖਾਣੇ ਸਵਾਦ ਲੱਗਦੇ ਹੈ, ਨਾ ਦੁਨੀਆ ਦੇ ਅੰਦਰ ਜਿਤਨੀਆਂ ਵੀ ਅਸੀਂ ਐਸ਼ੋ ਇਸ਼ਰਤਾਂ ਦੇਖਦੇ ਹਾਂ, ਇਹ ਵਿਸ਼ੇ ਬਕਾਰ ਜਿਤਨੇ ਵੀ ਹੈ, ਇਹ ਸਾਰੇ ਉਸ ਰਸ ਦੇ ਮੁਕਾਬਲੇ ਤੇ ਤੁੱਛ ਹਨ। ਇਹ ਸਵਾਹ ਵਰਗੇ ਲੱਗਦੇ ਹੈ। ਕਿ ਕੋਈ ਸਿਆਣਾ ਆਦਮੀ ਅੱਖਾਂ ਨਾਲ ਦੇਖ ਕੇ ਸਵਾਹ ਮੂੰਹ 'ਚ ਪਾਏਗਾ ਬਈ, ਜਿਹਨੂੰ ਅੰਮ੍ਰਿਤ ਪੀਣ ਨੂੰ ਮਿਲੇ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਅੰਦਰ ਜਦੋਂ ਜਾਂਦੇ ਆ ਫਿਰ ਪਤਾ ਲੱਗਦਾ ਕਿ ਗੁਰੂ ਦਾ ਜੋ ਸ਼ਬਦ ਹੈ ਉਹ ਅੰਕਸ ਦਾ ਕੰਮ ਕਰਦਾ ਹੈ ਜੀ। ਗੋਰੇ ਅੰਕਸ਼ ਸ਼ਬਦ ਦਾਰੂ ਸਿਰ ਤਾਰਿਓ, ਕਰ ਮੰਦਰ ਆਣ ਵਸਾਏ। ਗੋਬਿੰਦ ਜੀਓ ਸਤ ਸੰਗਤ ਮੇਲੇ ਹਰ ਧਿਆਏ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਆ ਕਿ ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਿ ਭਗਤੀ ਕਰਨੀ ਕਿਹੜਾ ਮੁਸ਼ਕਿਲ ਹੈ, ਜਦ ਚਾਹਿਆ ਲੱਗ ਜਾਵਾਂਗੇ। ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਉਹ ਮਹਾਤਮਾ ਕਹਿੰਦੇ ਆ ਨਹੀਂ ਬਈ, ਜਿਹਦੇ ਤੇ ਉਹ ਪਰਮਾਤਮਾ ਮਿਹਰ ਕਰਦਾ ਹੈ ਉਹੀ ਇਸ ਪਾਸੇ ਲੱਗ ਸਕਦੇ ਹੈ। ਫਿਰ ਆਪਨੇ ਕਿਹਾ ਕਿ ਕਿਸ ਤਰ੍ਹਾਂ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਅੰਕਸ ਦਾ ਕੰਮ ਕਰਦਾ ਹੈ। ਦਿਲ 'ਚ ਖਿਆਲ ਆਉਂਦਾ ਹੈ ਕਿ ਜਗ੍ਹਾ ਜਗ੍ਹਾ ਮਹਾਤਮਾ ਬੈਠੇ ਹੈ, ਕਿਹੜਾ ਮੁਸ਼ਕਿਲ ਹੈ। ਔਰ ਆਪ ਕਹਿਣ ਲਗੇ ਨਹੀਂ, ਉਹਨਾਂ ਮਹਾਤਮਾ ਦੀ ਹੈ ਪਰਮਾਤਮਾ ਕਿਰਪਾ ਕਰਕੇ ਸੰਗਤ ਮੇਲ। ਕਬੀਰ ਸਾਹਿਬ ਨੇ ਕਿਹਾ ਸੀ, ਮੈਂ ਤਾਂ ਉਨਰੇ ਸੰਤੋਂ ਕੋ ਦਾਸ ਜਿਨ੍ਹਾਂ ਨੇ ਮਨੁਆ ਵਸ ਮੇ ਕਰਿਆ। ਜਿਨ੍ਹਾਂ ਨੇ ਮਨ ਨੂੰ ਵਸ ਵਿੱਚ ਕੀਤਾ ਹੈ। ਆਪਾ ਛੋੜ ਜਗਤ ਵਿੱਚ ਬੈਠੇ ਨਹੀਂ ਜਗਤ ਸੇ ਕਾਮ। ਉਹ ਇਹ ਨਹੀਂ ਕਿ ਸੰਸਾਰ ਨੂੰ ਛੱਡ ਕੇ ਉਹ ਬਾਹਰ ਭਗਵੇਂ ਕੱਪੜੇ ਪਾ ਕੇ ਫਿਰਦੇ ਹੈ ਜਾਂ ਕੰਨ ਪੜਾਈ ਫਿਰਦੇ ਹੈ ਜਾਂ ਕੋਈ ਪਿੰਡੇ ਤੇ ਸੁਆਹ ਵਗੈਰਾ ਮਲੀ ਫਿਰਦੇ ਹੈ। ਕਹਿਣ ਲੱਗੇ ਨਹੀਂ, ਉਹ ਸੰਸਾਰ ਦੇ ਵਿੱਚ ਰਹਿੰਦੇ ਆ, ਸੰਸਾਰਾਂ ਦੀ ਤਰ੍ਹਾਂ ਹੀ ਆਪ ਦੀ ਉਪਜੀਵਕਾ ਜਿਹੜੀ ਹੈ ਉਹ ਖੇਤੀ ਕਰਨ, ਵਪਾਰ ਕਰਨ, ਕੁਛ ਵੀ ਕਰਦੇ ਹੈ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਕਹਿੰਦੇ ਨਹੀਂ ਕਿਸੇ ਸੇ ਕਾਮ। ਇਹਨਾਂ ਕੰਮਾਂ ਦੇ ਵਿੱਚ ਦੁਨੀਆ 'ਚ ਰਹਿੰਦੇ ਹੋਏ ਲੇਕਿਨ ਉਹ ਉਸ ਮੱਖੀ ਦੀ ਤਰ੍ਹਾਂ ਰਹਿੰਦੇ ਹੈ ਕਿ ਜਿਸ ਤਰ੍ਹਾਂ ਇੱਕ ਮੱਖੀ ਸ਼ਹਿਦ ਦੇ ਕਿਨਾਰੇ ਤੇ ਬਹਿ ਕੇ ਸ਼ਹਿਦ ਵੀ ਖਾ ਜਾਂਦੀ ਹੈ ਔਰ ਉੱਡ ਵੀ ਜਾਂਦੀ ਹੈ। ਆਰਾ ਸਾਵਣ ਸਿੰਘ ਕਹਿੰਦੇ ਹੁੰਦੇ, ਇੱਕ ਮੱਖੀ ਜਿਹੜੀ ਸ਼ਹਿਦ ਦੇ ਵਿਚਾਲੇ ਆ ਕੇ ਬਹਿ ਜਾਂਦੀ ਹੈ ਉਹ ਨਾ ਉੱਡ ਸਕਦੀ ਹੈ, ਲੱਤਾਂ ਕੱਢਦੀ ਹੈ ਪਰ ਫਸ ਜਾਂਦੇ, ਪਰ ਕੱਢਦੀ ਹੈ ਲੱਤਾਂ ਫਸ ਜਾਂਦੀਆਂ। ਅਸੀਂ ਦੁਨੀਆਦਾਰ ਦੁਨੀਆ ਦੇ ਐਸੇ ਚਿੱਕੜ ਵਿੱਚ ਫਸਦੇ ਹਾਂ ਆ ਕੇ, ਨਾ ਅਸੀਂ ਰਾਮ ਭਗਤੀ ਕਰ ਸਕਦੇ ਹਾਂ, ਨਾ ਦੁਨੀਆ 'ਚ ਅਸੀਂ ਪੂਰੇ ਆਉਂਦੇ ਹਾਂ। ਦੁਨੀਆ ਦੇ ਅੰਦਰ ਕੋਈ ਸਾਡੇ ਘਰ ਦੇ ਅੰਦਰ ਲੜਕਾ ਪੈਦਾ ਹੋ ਗਿਆ, ਸ਼ਾਦੀ ਹੋ ਗਈ ਹੈ, ਅਸੀਂ ਫੁੱਲੇ ਨਹੀਂ ਸਮਾਉਂਦੇ ਕਿ ਕਿਸ ਤਰ੍ਹਾਂ ਅਸੀਂ ਪਾਰਟੀਆਂ ਕਰਦੇ ਹਾਂ। ਅਗਰ ਉਸੇ ਘਰ ਦੇ ਅੰਦਰ ਕੋਈ ਮੌਤ ਹੋ ਜਾਂਦੀ ਹੈ, ਸਾਰੀ ਜ਼ਿੰਦਗੀ ਕਿਰਕਰੀ ਹੋ ਜਾਂਦੀ ਹੈ, ਖੁਸ਼ਕ ਹੋ ਜਾਂਦੀ ਹੈ, ਰੋਣਾ ਪੀਟਣਾ ਸ਼ੁਰੂ ਕਰ ਦਿੰਦੇ ਹੈ। ਸੋ ਇਸ ਵਾਸਤੇ ਨਾ ਇਹ ਐਸਾ ਚੀਜ਼ ਮੌਤ ਪਦੈਸ਼ ਦਾ ਸੰਸਾਰ ਹੈ। ਮੌਤ ਵੀ ਹੁੰਦੀ ਹੈ, ਪਦੈਸ਼ ਵੀ ਹੁੰਦੀ ਹੈ, ਲੇਕਿਨ ਅਸੀਂ ਮੌਤ ਵੇਲੇ ਵੀ ਦੁਖੀ, ਅਸੀਂ ਪਦੈਸ਼ ਵੇਲੇ ਵੀ ਦੁਖੀ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਆ ਕਿ ਬਈ ਕੀ ਕਰੋ, ਸਾਨੂੰ ਹੈ ਪ੍ਰਮਾਤਮਾ ਉਹ ਵਾਤਾਵਰਨ ਦੇ ਮਤਾ ਦਿਲ 'ਚ ਖਿਆਲ ਆਏ ਕਿ ਸੰਗਤ ਦੇ ਵਿੱਚ ਜਾਣ ਵਾਸਤੇ ਜਾਂ ਸਾਨੂੰ ਕੋਈ ਖਾਸ ਕਿਸਮ ਦੇ ਕੱਪੜੇ ਪਾਉਣੇ ਪੈਣਗੇ ਜਾਂ ਹੋਰ ਕੁਝ ਪੈਣਾ ਪਏਗਾ। ਕਹਿਣ ਲੱਗੇ ਨਹੀਂ ਹੈ ਪ੍ਰਮਾਤਮਾ ਸਾਨੂੰ ਉਹੋ ਜਿਹਾ ਵਾਤਾਵਰਨ ਦੇ, ਕਿਉਂਕਿ ਮਨ ਦੇ ਉੱਤੇ ਸੋਭਤ ਦਾ ਬੜਾ ਅਸਰ ਹੁੰਦਾ ਹੈ। ਅਸੀਂ ਜੂਏ ਬਾਜਾਂ ਦੀ ਸੋਭਤ ਵਿੱਚ ਜਾਵਾਂਗੇ, ਜੂਆ ਖੇਲਣ ਦੀ ਆਦਤ ਪਏਗੀ, ਸ਼ਰਾਬੀਆਂ ਪਾਸ ਜਾਵਾਂਗੇ, ਸ਼ਰਾਬ ਪੀਣ ਦੀ ਆਦਤ ਪਏਗੀ। ਅਗਰ ਨਾਮ ਸ਼ਬਦ ਦੀ ਕਮਾਈ ਵਾਲੇ ਪਾਸ ਆਪਾਂ ਜਾਵਾਂਗੇ, ਸ਼ਬਦ ਨਾਮ ਦੀ ਕਮਾਈ ਦੀ ਆਦਤ ਪੈ ਜਾਏਗੀ। ਸੋ ਆਪ ਕਹਿੰਦੇ ਹੈ ਪ੍ਰਮਾਤਮਾ ਐਸਾ ਵਾਤਾਵਰਨ ਦੇ ਜਿਹਦੇ ਵਿੱਚ ਜਾ ਕੇ ਸਾਡਾ ਭੁੱਲੜ ਮਨ ਜਿਹੜਾ ਹੈ ਉਹ ਤੇਰੀ ਭਗਤੀ ਦੀ ਤਰਫ ਆ ਜਾਵੇ। ਹਾਂ ਭਾਈ। ਗੋਬਿੰਦ ਜੀਓ ਸਤ ਸੰਗਤ ਮੇਲੇ ਹਰ
त्याये। हों मैं रोग गया सुख पाया, हर सहज समाध लगाए। संगत दे अंदर जाके साडे अंदरों किस तरह होमे दा जिहड़ा रोग है चलिया जांदा है। जदों असीं एक तप्पड़ दे उत्ते गरीब अमीर बैठ के खाना खाने हैं, सानू उदों निमरता लियाउण दी बड़ी मौका मिलता है। असीं कहने सारे जीव ये परमात्मा दे बनाए है। मैनू मौका अखां नाल देखण दा मिलिया। साडी आर्मी दा जो बड़ा कमांडर सीगा थमैया जनरल, वो महाराज सावण सिंह नूं मिलण वास्ते गया है। जनरल विक्रम सिंह सीगा, वो भी मिलण वास्ते जांदे रहे है, जिन्हां दे नाल मैनू जाण दा मौका मिलता रहा है। उन्हां वास्ते महाराज ने मंजा मंगाया, कुर्सी मंगाई, लेकिन नहीं, वो पुंजे बैठे कि जिंदगी का आह ही मौका है किसी महात्मा के चरणों में बैठण का। उन्हां वास्ते खाने का इंतजाम किया, क्योंकि महाराज सच्चे पातशाह फौजियां नाल बड़ा ही प्यार करते सी, क्योंकि वो खुद आर्मी विच रहे सीगे। उन्हां नूं पता सीगा कि इन्हां नूं टाइम बड़ा थोड़ा मिलता है, टाइम दे पाबंद है। तो जदों उन्हां नूं खाना परोसन लगे तो वो चुप करके आके तप्पड़ ते बैठ के वो कहण लगे सारी जिंदगी का आ ही मौका है। वो जद भी जाते सी खाना जरूर उन्होंने तप्पड़ ते बैठ के खा के आना, क्योंकि मैनू वध तो वध लेफ्टिनेंट जनरल विक्रम सिंह दे नाल जाण दा मौका मिलता रहा। सो इस वास्ते आप प्यार दे नाल दसदे है कि उत्थे जाके साडा हौमे दा रोग जांदा है। फिर जद असीं सेवा करते हैं, लंगर दी सेवा करते हैं, जां कोई खेती दी सेवा करते हैं, कोई होर सेवा है, उत्थे भी जदों असीं छोटे वड्डे इक्को जिहे होके सेवा करते हैं, उत्थे भी साडे अंदरों निमरता आउंदी है। फिर संत महात्मा सानू बड़े प्यार नाल दसदे है कि प्यारे बच्चों, एक म्यान विच दो तलवारां कदे पै नहीं सकदियां। जिथे हौमा है, हंकार है, उत्थे कदे भी परमात्मा प्रगट नहीं हो सकदागा। ये तां निमरता दा खेल है, क्योंकि पानी हमेशा नीवे पासे ही, नीवी साइड में आउंदा है। कदे टिब्बे उपर पानी, उपर पहाड़ ते पानी नहीं रुकदागा। पानी हमेशा थले चश्मिਆਂ दे अंदर ही आके रुकदा है। सो संत महात्मा सानू प्यार नाल दसदे है। मैं हमेशा ही दसदा हुन्ना कि जदों भगत आप दी कमजोरी कनी देखदा है, आपदे पापां दी तरफ देखदा है, फिर वो गुरु अगे, परमात्मा अगे सच्चे दिलों फरियाद करदा है कि हो सकता है कि मैनू मेरे कर्मा करके बड़ी लम्मी और करड़ी सजा भोगनी पवे, क्योंकि मैं दुनिया तो चोरी करदा है, परमात्मा दे सैंदक है। क्योंकि असी आम तौर पर यह सोचते हैं कि बूहा बंद किया, जो मर्जी कर लो, केड़ा परमात्मा देखता है। लोका दुनिया वड्डी है, परमात्मा छोटा है। मैं अपने आप नूं भी धोखा दिता, दुनिया नूं भी दिता, क्योंकि मैं सोचदा सीगा कि दुनिया वड्डी है, परमात्मा छोटा है। मेरी काम ने मत मारी रखी। इस वास्ते हे परमात्मा गुरु, तू मैनू बख्श, तू मेरा लेखा लैण तो पहला बख्श दे। जे तू मेथों लेखा मंगेगा मैं पूरा नहीं आ सकता। गुरु नानक ने भी कहा, लेखा करत न छुटिए, खिन खिन भूलन हार, बख्शन हारा बख्श ले ते नानक पार उतार। कि हे प्रभु, मैं लेखा करके छुट नहीं सकदागा, क्योंकि पता नहीं इस जन्म च नहीं तो होर पता नहीं किन्ने के जन्म है। सो इस वास्ते आप प्यार ना कहंदे, जो तुसीं संतां महात्मा दे मूँह दे विचों ऐसे प्यार भरे निमरता भरे वचन सुनते हैं, साडे भुल्लड़ मन दे अंदर भी निमरता आनी शुरू हो जाती है। एक दिन नहीं तो दूसरे दिन आएगी जी। हों मैं रोग गया सुख पाया, हर सहज समाध लगाए।
रतन लाले बोहो मान के लादे मन पर में ले ना सकाये। रतन लाल संतां दा मतलब उस नाम तो है। परमात्मा ने हरेक दे अंदर वो खजाने नाम दे रखे है, लेकिन साडा मन भरम करके, भरम केड़ी चीज है? जो कुछ असी अखां नाल बाहर देखते हैं, माता पिता है, भैन भरा है, जायदाद है, धन दौलत है, ये सारा कुछ भरम है। सानू पता है कि जो कुछ अज असी लई बैठे हैं, पुत्र धीआं या धन दौलत, ये पहला होर भी किसी कोले सन। जे साडे वड वडेरे इन्हां जायदादां नूं वो नाल नहीं लेके गए तो असी की आस लाई बैठे हैं? सानू पता है साडे वडेरे गए जिन्हां दे नाल वो अति प्यार करदे सन, उन्हां दा लगाव सीगा, वो नाल नहीं लिजा सके। असी की आस लाई बैठे भी असी साथ लै जावांगे? इस वास्ते जो कुछ देखते हैं भरम है, मन भरमे ले ना सकाई है। खजाने दा परमात्मा ने साडे अंदर नाम दे रखे है, लेकिन साडा मन भरम दे वस होके बाहर ही बाहर तुरया फिरदा है जी। कारे रतन लाल बोहो माणक लादे मन पर में ले ना सकाये। ज्यों ओडा कूप गैज खिन काढ़े त्यों सत गुर वस्त लहाये। किवें असी वो जिहड़े खजाने परमात्मा ने नाम दे रखे है किस तरह प्राप्त करना है? आप प्यार ना कहते हैं कि संता महात्मा ने साडे अंदर कोई रगड़ के नहीं पाउणा, घोल के नहीं पाउणागा। तुसी देख लो जिहड़े जज है जां कोई वकील है, उच्चे अहुदियां ते है, उन्हां नूं पुछो कि तुहाडे उस्तादां ने तुहाडे अंदर की कुछ रगड़ के पाया सी? कोई घोल के पियाया सी या कोई मूंह दे विच थुकिया सीगा जां उन्हां दे नाल खाना खाधा सीगा? नहीं, वो सानू यही समझाउंदे आ कि असी उन्हां दी सोबत करी सी, उन्हां दा कहा मन्निया सीगा। उन्हां दी सोबत और कहना मनन करके अज वो लोग अच्छी जिंदगी जी रहे हैं। लेकिन जिन्हां ने कदे किसी उस्ताद दा, टीचर दा कहना नहीं मन्नियागा तो वो की है कि अज बेचारा अनपढ़ तुरया फिरदा है। विद्या दी ताकत तां उहदे अंदर भी है, लेकिन वो सुती आई और सुती चली गई। इसे तरह भीखा साहब ने कहा कि सबकी भीखा भूखा को नहीं, सबकी गठड़ी लाल लाल, गिरे खोल ना जानी तांते भय कंगाल। वो परमात्मा ने किसी नूं ऊना नहीं रखिया, कमी नहीं रखी, हरेक दे अंदर वो नाम दा खजाना रखिया होया है। असी अंदर वड़ के उस नूं प्राप्त नहीं कर देंगे, इस वास्ते असी कंगाल है जी। ज्यों ओडा कूप गज खिन काढ़े त्यों सत गुर वस्त लहाये। जिन ऐसा सत गुर साध न पाया ते त्रिग त्रिग नर जीवाये। ओड उन्हां सज्जणां नूं कहंदे है जिन्हां लोकां नूं इल्म हुंदा है कि जिस तरह पुराने थे हुंदे है उन्हां दे नीचे बने बनाए कूए आ जांदे है। जदों असीं पुरातन जगह देखते हैं जिन्हां दी खुदाई कीती है, उन्हां दे विचों सानूं पता लगता है कि उन्हां ने किस तरह दीयां चीज़ां प्राप्त कीतियां, किस तरह उन्हां ने बने बनाए कूए भी कढे, उन्हां ने थल्लों मकान वसदे शहर भी किसी वक्त जद वसदे सन उहो जे निशान कढे मकान वगैरह। सो इस वास्ते संत महात्मा साडे अंदर कोई रगड़ के नहीं पाउंदे गए। जिस तरह उन्हां नूं सींघे भी कहंदे है, वो सुंघ के आपदे हुनर दे नाल
ਉਹ ਜਗ੍ਹਾ 'ਚੋਂ ਦੱਸ ਦਿੰਦੇ ਆ ਵੀ ਇੱਥੋਂ ਅਗਰ ਤੁਸੀਂ ਮਿੱਟੀ ਪਾਸੇ ਹਟਾਓਗੇ ਤਾਂ ਬਣਿਆ ਬਣਾਇਆ ਕੂਆ ਨਿਕਲ ਆਏਗਾ, ਤੁਸੀਂ ਇਸ 'ਚੋਂ ਪਾਣੀ ਪੀ ਸਕਦੇ ਹੋ। ਇਸੇ ਤਰ੍ਹਾਂ ਸੰਤਾਂ ਮਹਾਤਮਾ ਨੂੰ ਵੀ ਇਹ ਇਲਮ ਹੈ, ਇਹ ਉਹਨਾਂ ਦਾ ਜਾਤੀ ਤਜਰਬਾ ਹੈ। ਉਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਹਿੰਦੇ ਗੇ, ਉਹ ਕਹਿੰਦੇ ਜੇ ਸਾਡੇ ਕਹਿਣ ਮੁਤਾਬਕ ਤੁਸੀਂ ਵੀ ਹਿੰਮਤ ਕਰਕੇ ਫੈਲੇ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆ ਕੇ ਸ਼ਬਦ ਨਾਲ ਜੋੜੋਗੇ ਤੇ ਤੁਸੀਂ ਵੀ ਇਹ ਲਾਲ ਨੂੰ, ਇਹ ਖਜ਼ਾਨੇ ਨੂੰ ਪ੍ਰਾਪਤ ਕਰ ਸਕਦੇ ਹੋ। ਹੁਣ ਆਪ ਪਿਆਰ ਨਾਲ ਕਹਿੰਦੇ ਆ, ਜਿਨ੍ਹਾਂ ਨੂੰ ਇਨਸਾਨ ਦਾ ਜਾਮਾ ਪਾ ਕੇ ਐਸੇ ਸੰਤ ਜਿਨ੍ਹਾਂ ਨੇ ਕਿ ਜ਼ਿੰਦਗੀ ਦੇ ਵਿੱਚ ਇਹ ਮਸਲਾ ਹੱਲ ਕੀਤਾ ਨਹੀਂ ਮਿਲੇ, ਉਹਨਾਂ ਦਾ ਦੁਨੀਆ ਤੇ ਉੱਤੇ ਆਉਣ ਦਾ ਲਾਹਨਤ ਹੈ, ਤਿਰਗ ਹੈ ਜੀ। ਜਿਨ ਐਸਾ ਸਤਿਗੁਰ ਸਾਧਨਾ ਪਾਇਆ, ਤੇ ਤ੍ਰਿਗ ਤ੍ਰਿਗ ਨਰ ਜੀਵਾਏ। ਜਨਮ ਪਦਾਰਥ ਪੁਨ ਫਲ ਪਾਇਆ, ਕੌਡੀ ਬਦਲੇ ਜਾਏ। ਇਹ ਇਨਸਾਨ ਦਾ ਜਾਮਾ ਜਦੋਂ ਬਹੁਤ ਸਾਰੇ ਸਾਡੇ ਚੰਗੇ ਕਰਮ, ਨੇਕ ਕਰਮ ਜਮਾ ਹੋ ਜਾਂਦੇ ਹੈ, ਉਹ ਪਰਮਾਤਮਾ ਸਾਨੂੰ ਇਨਾਮ ਦਿੰਦਾ ਹੈ, ਇਹ ਮੌਕਾ ਦਿੰਦਾ ਹੈ ਕਿ ਵੀ ਦੇਖ ਪਿਆਰਿਆ, ਤੈਨੂੰ ਮੈਂ ਇਹ ਖੁਸ਼ ਹੋ ਕੇ ਤੈਨੂੰ ਇਹ ਮੌਕਾ ਦਿੰਦਾ ਹੈ ਕਿ ਤੂੰ ਮੇਰੇ ਨਾਲ ਮਿਲਾਪ ਕਰ ਲੈ। ਤੋ ਕੌਡੀ ਕਿਹੜੀ ਹੈ? ਦੁਨੀਆ ਦੀ ਮਾਨ ਵਡਿਆਈ, ਵਿਸ਼ੇ ਬਕਾਰ, ਜਿਤਨੇ ਵੀ ਅਸੀਂ ਇਹ ਦੁਨੀਆ ਦੇ ਧੰਦੇ ਹੈ, ਇਹ ਕੌਡੀਆਂ ਨਾਲ ਤਾਂ ਮੋਹ ਪਾਇਆ ਹੈ। ਤੋ ਜਿਹੜਾ ਬੜੇ ਪੁੰਨਾ ਕਰਕੇ ਸਾਨੂੰ ਪਰਮਾਤਮਾ ਨੇ ਇਨਾਮ ਦਿੱਤਾ ਇਨਸਾਨ ਦਾ ਜਾਮਾ, ਉਹ ਅਸੀਂ ਪਾ ਕੇ ਭੁੱਲੇ ਬੈਠੇ ਹਾਂ, ਉਹਦੀ ਕੋਈ ਕੀਮਤ ਹੀ ਨਹੀਂ। ਅਸੀਂ ਕਹਿੰਦੇ ਹਾਂ ਸ਼ਾਇਦ ਇਹ ਜਗ ਮਿੱਠਾ ਅਗਲਾ ਖੰਡਿਠਾ ਜੀ। ਜਨਮ ਪਦਾਰਥ ਪੁਨ ਫਲ ਪਾਇਆ, ਕੌਡੀ ਬਦਲੇ ਜਾਏ। ਮਦਸੂਦਨ ਹਰ ਤਾਰੇ ਪ੍ਰਭ ਕਿਰਪਾ, ਕਰ ਕਿਰਪਾ ਗੁਰੂ ਮਿਲਾਏ। ਅਸੀਂ ਦੁਨੀਆਦਾਰ ਲੋਕ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ, ਕੋਈ ਦੁਨੀਆ ਦਾ ਧਨ ਦੌਲਤ ਮੰਗਣ ਲੱਗਿਆ ਪਿਆ ਹੈ, ਕੋਈ ਬੇਟੇ ਬੇਟੀਆਂ, ਕੋਈ ਉੱਚੇ ਅਹੁਦੇ ਮੰਗਦਾ ਹੈ, ਕੋਈ ਮਾਨ ਵਡਿਆਈ ਮੰਗਦਾ ਹੈ। ਲੇਕਿਨ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਉਹ ਕਹਿੰਦੇ ਕਿ ਹੇ ਪਰਮਾਤਮਾ, ਜੇ ਤੂੰ ਕਿਰਪਾ ਕਰਦਾ ਹੈ ਤਾਂ ਸਾਡਾ ਮਿਲਾਪ ਗੁਰੂ ਦੇ ਨਾਲ ਕਰਾ। ਮੈਂ ਦੱਸਦਾ ਹੁੰਦਾ ਕਿ ਬਚਪਨੇ 'ਚ ਜਦੋਂ ਕਿ ਇਤਨੀ ਪੂਰੀ ਸੁਰਤ ਵੀ ਨਹੀਂ ਸੀ, ਤਾਂ ਮੇਰੇ ਦਿਲ ਅੰਦਰ ਜਦੋਂ ਕਿਤੇ ਬਾਹਰ ਜਾਣਾ ਇਕੱਲੇ ਦੇ ਇਹ ਆਉਣੀ ਕਿ ਉਹ ਕਿਹੇ ਜਿਹੇ ਪ੍ਰੇਮੀ ਸਨ, ਕਿਹੇ ਜਿਹੀਆਂ ਆਤਮਾ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਜਾਂ ਗੁਰੂ ਗੋਬਿੰਦ ਸਿੰਘ ਦੇ, ਕਿਉਂਕਿ ਮੈਂ ਸਿੱਖ ਫੈਮਿਲੀ 'ਚ ਪੈਦਾ ਹੋਇਆ ਸੀਗਾ, ਉੱਥੇ 10 ਗੁਰੂਆਂ ਦੀਆਂ ਆਮ ਤੌਰ 'ਤੇ ਘਰ ਦੇ ਅੰਦਰ ਚਰਚਾ ਹੁੰਦੀ ਰਹਿੰਦੀ ਸੀ, ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਉਸ ਗੱਲ ਦੇ ਹੀ ਗੱਲਾਂ ਦੇ ਚਰਚਾ ਦੇ ਅਧੀਨ ਹੀ ਤੁਰੇ ਫਿਰਦਿਆਂ ਦੇ ਇਕੱਲਿਆਂ ਦਾ ਹੀ ਖਿਆਲ ਆਉਣਾ ਵੀ ਉਹ ਕੈਸੇ ਭਾਗਾਂ ਵਾਲੇ ਸਨ ਜਿਨ੍ਹਾਂ ਨੂੰ ਪੂਰੇ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਮੌਕਾ ਮਿਲਿਆ। ਫਿਰ ਇਹ ਵੀ ਸੁਣਦੇ ਸੀਗੇ ਕਿ ਵੀ ਉਹ ਕਈ ਆਦਮੀ ਗੁਰੂ ਤੋਂ ਬੇਮੁਖ ਹੋਏ। ਫਿਰ ਇਹ ਵੀ ਆਇਆ ਕਿ ਉਹ ਕਿਹੇ ਜਿਹੇ ਬੰਦੇ ਸਨ, ਉਹਨਾਂ ਦੇ ਕਿਹੇ ਜਿਹੇ ਖੋਟੇ ਕਰਮ ਸਨ। ਸੋ ਇਸ ਵਾਸਤੇ ਬਚਪਨੇ ਤੋਂ ਹੀ ਖਿਆਲ ਦਿਲ ਦੇ ਵਿੱਚ ਆਉਂਦਾ ਸੀਗਾ ਕਿ ਸਾਨੂੰ ਵੀ ਕਿਤੇ ਕੋਈ ਗੁਰੂ ਮਿਲ ਜਾਵੇਗਾ, ਕਿਤੇ ਅਸੀਂ ਵੀ ਉਹਨਾਂ ਦੇ ਚਰਨਾਂ 'ਚ ਬੈਠ ਜਾਵਾਂਗੇ। ਤਾਂ ਮਹਾਰਾਜ ਕਿਰਪਾਲ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ ਕਿ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਕੁਦਰਤ ਦਾ ਅਸੂਲ ਹੈ, ਜ਼ਰੂਰ ਦਿੰਦੀ ਹੈ। ਜੇ ਅਸੀਂ ਫੁਲਕੇ ਵਾਸਤੇ ਪਕਾਰਦੇ ਹਾਂ, ਉਹ ਵੀ ਪਰਮਾਤਮਾ ਇੰਤਜ਼ਾਮ ਕਰਦਾ ਹੈ, ਤੇ ਜੇ ਆਪਾਂ ਉਹਨੂੰ ਮਿਲਣ ਵਾਸਤੇ ਪਕਾਰੀਏ, ਗੁਰੂ ਨੂੰ ਪਕਾਰੀਏ, ਤੇ ਉਹ ਵੀ ਸਾਡੀ ਜ਼ਰੂਰ ਸੁਣਦਾ ਹੈ। ਇਹ ਉਹਨਾਂ ਦੀ ਹੀ ਦਇਆ ਸੀ। ਮੈਂ ਦੱਸਦਾ ਹੁੰਦਾ ਹੈ ਕਿ ਨਾ ਮੈਨੂੰ ਉਹਨਾਂ ਦੀ ਕੋਈ ਵਡਿਆਈ ਕਰਨ ਵਾਲਾ ਮਿਲਿਆ ਤੇ ਨਾ ਉਹਨਾਂ ਦੀ ਕੋਈ ਨਿੰਦਿਆ ਕਰਨ ਵਾਲਾ ਮੇਰੀ ਜ਼ਿੰਦਗੀ 'ਚ ਮਿਲਿਆ। ਇਹ ਹੁਣ ਉਹ ਹੀ ਜਾਣਨ ਕਿ 500 ਕਿਲੋਮੀਟਰ ਕਿਸ ਤਰ੍ਹਾਂ ਆਪਦੇ ਦਇਆ ਲੈ ਕੇ ਉਹ ਆਏ। ਮੈਨੂੰ ਨਹੀਂ ਪਤਾ ਕਿ ਮੇਰੇ ਨਾਮ ਦਾ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ, ਤੇ ਖੁਦ ਆਪਣੇ ਪ੍ਰੇਮੀ ਉਹਨਾਂ ਨੇ ਭੇਜੇ
ਵੀ ਅੱਜ ਘਰੇ ਰਹਿਣ ਤੇ मैं आना है। तो मैं दसदा हुंदा कि मेरा जिहड़ा दिमाग सी बचपने तो सिर्फ गुरु वास्ते सीगा, बाकी खाली सी। ते मैं यही कहा कि महाराज जी मैनू नहीं पता कि तुहाडे नाल की गल करा, मेरा दिल और दिमाग खाली है। महाराज कहंदे कि दिमागी कुश्तियां करने वाले मेरे पास बहुत पहलवान हैं, मैं खाली जगह देख के आया है। सो इस वास्ते आप प्यार ना कहंदे है मधुसूदन हर धार प्रभ कृपा। हे परमात्मा तू कृपा कर, अगर कृपा करदा ते मेरा मिलाप ऐसे गुरु नाल जिहड़ा दिल दियां जानदा है, वो सब दियां जानदा है, लेकिन असीं वो चीज नूं मंग नहीं रहे हुंदेगे। जे उसे नूं मंगीए तो खुद आ जाएगा। असीं दुनिया दे खिलौणिਆਂ दे तरफ लगे हुंदे हैं। हाँ भाई। मधुसूदन हर तारे प्रभ कृपा, कर कृपा गुरु मिलाए। जन नानक निर्वाण पद पाया, मिल साधु हर गुण गाए। गुरु साहब ने छोटे ਜਿਹੇ शब्द ਵਿੱਚ प्यार ਨਾਲ ਦੱਸਿਆ किस तरह ਅਸੀਂ जो मन ਸਾਡਾ ਬਾਹਰ ਦੀ तरफ हिरन ਦੀ तरह ਜਾਂਦਾ है, ਉਹਨੂੰ ਕਿਵੇਂ ਸਿਮਰਨ ਦੇ ਜਰੀਏ ਅੱਖਾਂ ਦੇ ਪਿੱਛੇ ਲਿਆਉਣਾ ਹੈ, किस तरह ਅਸੀਂ गुरु ਦੇ शब्द ਦੀ ਕਮਾਈ ਕਰਨੀ ਹੈ और किस तरह ਅਸੀਂ ਹਉਮੈ ਤੋਂ ਬਚਣਾ है। ਉਹ ਇੱਕੋ ਹੀ ਤਰੀਕਾ ਹੈ, ਸ਼ਬਦ ਨਾਮ ਦੀ ਕਮਾਈ ਹੈ। ਆਪ ਕਹਿਣ ਲੱਗੇ ਜਿਨ੍ਹਾਂ ਨੂੰ ਇਨਸਾਨ ਦਾ ਜਾਮਾ ਪਾ ਕੇ ਐਸਾ ਗੁਰੂ ਨਹੀਂ ਮਿਲਿਆਗਾ, ਉਹਨਾਂ ਦਾ ਦੁਨੀਆ ਦੇ ਉੱਤੇ ਆਉਣ ਦਾ ਉਹ ਪੂਰਾ ਮਕਸਦ ਨਹੀਂ ਹੁੰਦਾਗਾ ਜਿਸ ਵਾਸਤੇ ਪਰਮਾਤਮਾ ਨੇ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਹੈ। ਇਨਸਾਨ ਦਾ ਜਾਮਾ ਬੜੇ ਹੀ ਪੁੰਨਾਂ ਦਾ ਇਨਾਮ ਹੈ ਜੋ ਪਰਮਾਤਮਾ ਦਿੰਦਾ ਹੈ। ਪਰਮਾਤਮਾ ਨੇ ਹਰੇਕ ਦੇ ਅੰਦਰ ਹੀ ਨਾਮ ਦਾ ਖਜ਼ਾਨਾ ਰੱਖਿਆ ਹੈ, ਲੇਕਿਨ ਅਸੀਂ ਉਹ ਅੰਦਰ ਨਾ ਜਾਣ ਕਰਕੇ, ਐਸੇ ਗੁਰੂਆਂ ਦੀ ਚਰਨਾਂ ਵਿੱਚ ਨਾ ਪਹੁੰਚਣ ਕਰਕੇ ਅਸੀਂ ਉਸ ਤੋਂ ਨਾ ਵਾਕਫ ਰਹਿ ਜਾਂਦੇ ਹਾਂ, ਅਸੀਂ ਉਸ ਤੋਂ ਫਾਇਦਾ ਨਹੀਂ ਉਠਾ ਸਕਦੇਗੇ। ਸੋ ਇਸ ਵਾਸਤੇ ਹੁਣ ਆਪ ਕਹਿੰਦੇ ਆ ਗੁਰੂਆਂ ਨੂੰ ਮਿਲਣ ਦਾ ਕਿਸ ਤਰ੍ਹਾਂ ਅਸੀਂ, ਮੈਂ ਪਿੱਛੇ ਦੱਸਿਆ ਸੀ ਗੁਰ ਪ੍ਰਸ਼ਾਦੀ ਤਿਰਕੁਟੀ ਛੁਟੈ ਚੌਥੇ ਪਦ ਲਿਬਲਾਈ, ਕਿਸ ਤਰ੍ਹਾਂ ਅਸੀਂ ਗੁਰਾਂ ਦੀ ਕਿਰਪਾ ਦੇ ਨਾਲ ਤਿਰਕੁਟੀ ਤੋਂ ਖਹਿੜਾ ਛਡਾਉਣਾ ਹੈ ਕਿ ਜਦੋਂ ਅਸੀਂ ਉਸ ਜਗ੍ਹਾ ਪਹੁੰਚ ਜਾਂਦੇ ਹਾਂ ਸਾਡੀ ਆਤਮਾ ਜਿਹੜੀ ਹੈ ਇਹ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਇਹਦੀ ਜਿਹੜੀ ਗੱਠ ਬੱਝੀ ਹੈ ਉਹ ਖੁੱਲ ਜਾਂਦੀ ਹੈ। ਸੋ ਇਸ ਵਾਸਤੇ ਆਪ ਕਹਿਣ ਲੱਗੇ ਜਦੋਂ ਅਸੀਂ 10ਵੇਂ ਦੁਆਰ ਵਿੱਚ ਪਹੁੰਚ ਜਾਂਦੇ ਹਾਂ, ਸ਼ਬਦ ਦਾ ਨੂਰ, ਗੁਰੂ ਦਾ ਨੂਰ ਦੇਖਦੇ ਹਾਂ, ਜਿਸ ਨੂੰ ਮੈਂ ਸ਼ੁਰੂ ਹੀ ਦੱਸਿਆ ਸੀ ਕਿ ਸੰਤ ਦੁਆਲੀ ਨਿਤ ਕਰੇ ਸਤ ਲੋਕ ਕੇ ਮਾਹੇ ਔਰ ਮਤੇ ਸਭ ਕਾਲ ਕੇ ਯੂੰ ਹੀ ਧੂੜ ਅਡਾਏ। स्वामी जी महाराज कहते ਜਿਹੜੇ ਉੱਥੇ ਪਹੁੰਚਦੇ ਆ ਉਹ ਦੀਵਾਲੀ ਨਿਤ ਕਰਦੇ ਆ। ਜਿਹੜੀ ਬਾਹਰ ਅਸੀਂ ਦੀਵਾਲੀ ਦੇਖਦੇ ਹਾਂ ਇਹ ਇੱਕ ਰਿਖੀਆਂ ਮੁਨੀਆਂ ਨੇ ਸਾਨੂੰ ਸਮਝਾਉਣ ਵਾਸਤੇ ਦੱਸਿਆ, ਇਹਦੇ ਪਿੱਛੇ ਬੜਾ ਰੂਹਾਨੀਅਤ ਦਾ ਰਹਿਸ ਛੁਪਿਆ ਹੋਇਆ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਨਿਰਵਾਣ ਪਦ ਕਿ ਜਿੱਥੇ ਜਾ ਕੇ ਸਾਡੀਆਂ ਸਾਰੀਆਂ ਆਸ਼ਾ ਮਨਸਾ ਸੁੰਨ ਹੋ ਜਾਂਦੀਆਂ ਹਨ। ਇਹ ਨਹੀਂ ਨਿਰਵਾਣ ਆਮ ਤੌਰ ਦੇ ਉੱਤੇ ਘਰ-ਬਾਰ ਛੱਡ ਕੇ ਲੀੜੇ ਜਿਸਮ ਤੋਂ ਲਾ ਕੇ ਲੋਕ ਨਿਰਵਾਣਾ ਦਾ ਪੰਥ ਵੀ ਹੈ। ਸੋ ਆਪ ਕਹਿੰਦੇ ਮੈਂ ਉਹ ਨਿਰਵਾਣ ਨਹੀਂ ਕਹਿੰਦਾ ਵੀ ਪੁੱਤਰ ਧੀਆਂ ਛੱਡ ਦਿੱਤੇ, ਆਪਦੇ ਘਰ ਦੀ ਕਮਾਈ ਛੱਡ ਦਿੱਤੀ, ਲੋਕਾਂ ਅੱਗੇ ਹੱਥ ਫੈਲਾਉਂਦੇ ਫਿਰੇ। ਸੋ ਕਹਿੰਦੇ ਨਹੀਂ, ਜਦੋਂ ਆਤਮਾ ਤੋਂ ਅਸਤੂਲ ਸੂਖਸ਼ਮ ਤਿੰਨੇ ਪਰਦੇ ਲਾ ਕੇ ਬ੍ਰਹਮ ਪਾਰ ਬ੍ਰਹਮ ਉਦੋਂ ਅੱਗੇ ਪਹੁੰਚ ਗਿਆ 10ਵੇਂ ਦੁਆਰ ਦੇ ਵਿੱਚ, ਉੱਥੇ ਜਾ ਕੇ ਜਿਤਨੀਆਂ ਵੀ ਸਾਡੀਆਂ ਆਤਮਾ ਦੇ ਉੱਤੇ ਪੜਦੇ ਹੋ ਲੈ ਜਾਂਦੇ ਹੈ ਨਿਰਵਾਣ ਪਦ ਜਨ ਸਾਧੂ ਹਰ ਗੁਣ ਗਾਈਐ। ਉੱਥੇ ਸਾਡੀ ਲੇਵੋ ਪਰਮਾਤਮਾ ਨਾਲ ਲੱਗ ਜਾਂਦੀ ਹੈ। ਸੁੱਤੇ ਜਾਗਦੇ ਗੁਣ ਕਿਹੜੇ ਹੈ? ਗੁਣ ਗੋਬਿੰਦ ਸ਼ਬਦ ਸੁਣਾਵਣਿਆ। ਜਦੋਂ ਸਾਡਾ ਖਿਆਲ ਉਸ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਉਸ ਨੂੰ ਮਹਾਤਮਾ ਨੇ ਕਿਹਾ ਹਰ ਗੁਣ ਗਾਉਣੇ। ਸੋ ਇਸ ਵਾਸਤੇ ਜੋ ਸਾਡੇ ਅੰਦਰ ਸ਼ਬਦ ਪ੍ਰਗਟ ਹੋ ਜਾਂਦਾ ਹੈ, ਸਾਡਾ ਵੀ ਜਿਹੜਾ ਖਿਆਲ ਹੈ ਦੁਨੀਆ ਚੋਂ ਨਿਕਲ ਜਾਂਦਾ ਹੈ, ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਸਾਡੀ ਆਤਮਾ ਉਸ ਜਗ੍ਹਾ ਪਹੁੰਚ ਜਾਂਦੀ ਹੈ ਜਿੱਥੋਂ ਆਵਾਜ਼ ਉਹ ਸ਼ਬਦ ਆ ਰਿਹਾ ਹੈ। ਸੋ ਸਾਨੂੰ ਵੀ ਚਾਹੀਦਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਪਿਆਰ ਨਾਲ ਸਮਝਾਇਆ ਹੈ
कि शब्द नाम की कमाई करके अपने जीवन को ਅਸੀਂ पवित्र बनाइए। जो मौका मिलिया है इस तो पूरा फायदा उठाइए।